7ਵਾਂ ਸਤਿਗੁਰ ਕੀ ਬਚਨ 8ਵਾਂ ਸ਼ਬਦ 10ਵਾਂ। प्रेम की बात प्रेमी सुनो, प्रेम की बात सेवा करो प्रेम से गुर की, और दर्शन पर बल बल जात। ਇਹ ਬਾਣੀ ਹਜ਼ੂਰ ਸਵਾਮੀ ਜੀ ਮਹਾਰਾਜ ਜੀ ਦੀ ਹੈ। ਸਾਰੇ ਹੀ ਸੰਤ ਮਹਾਤਮਾ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ ਔਰ ਬੜੇ ਦਾਅਵੇ ਦੇ ਨਾਲ ਸਾਨੂੰ ਦੱਸਦੇ ਨੇ ਕਿ ਪ੍ਰੇਮ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ, ਪ੍ਰੇਮ ਤੋਂ ਬਗੈਰ ਸੇਵਾ ਨਹੀਂ ਹੋ ਸਕਦੀ। ਜੇ ਅਸੀਂ ਚਾਹੁੰਦੇ ਹਾਂ ਕਿ ਭਗਤੀ ਦੇ ਵਿੱਚ ਅੱਗੇ ਵਧੀਏ, ਸਾਡੀ ਸੇਵਾ ਸਫਲ ਹੋਵੇ, ਸਾਡੇ ਅੰਦਰ ਉਹ ਜਿਹੜੀ ਧੁਰ ਕੀ ਬਾਣੀ ਜਿਹੜੀ ਆਵੇ, ਅਤੇ ਫਿਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਹਿਰਦੇ ਦੇ ਅੰਦਰ ਪ੍ਰੇਮ ਲਿਆਉਣਾ ਪਵੇਗਾ। ਹੁਣ ਸਤਿਗੁਰਾਂ ਦੇ ਜੋ ਬਚਨ ਨੇ ਬੜੇ ਧਿਆਨ ਦੇਣ ਵਾਲੇ ਨੇ, ਕਿਉਂਕਿ ਹਰ ਸਿੱਖ ਜਿਹੜਾ ਹੈ ਉਹ ਇੱਕ ਪ੍ਰੇਮੀ ਹੈ। ਜਿਹੜਾ ਵੀ ਕਿਤੇ ਵੀ ਨਤਮਸਤਕ ਹੋ ਰਿਹਾ ਹੈ, ਕਿਸੇ ਵੀ ਪਰਮੇਸ਼ਵਰ ਪ੍ਰਭੂ ਦੇ ਅੱਗੇ ਜੋ ਵੀ ਆਪਣਾ ਸਿਰ ਝੁਕਾ ਰਿਹਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰੇਮੀ ਹੈ। ਲੇਕਿਨ ਅੱਜ ਜੋ ਸਤਿਗੁਰਾਂ ਦੇ ਵਚਨ ਆਏ ਨੇ, ਉਹ ਸਾਨੂੰ ਪ੍ਰੇਮੀ ਕਹਿ ਕੇ ਵੀ ਸੰਬੋਧਿਤ ਕਰ ਰਹੇ ਨੇ, ਔਰ ਨਾਲ ਇੱਕ ਹੋਰ ਵੀ ਗੱਲ ਜਿਹੜੀ ਕਹਿ ਰਹੇ ਨੇ ਕਿ ਸੁਣੋ ਪ੍ਰੇਮ ਕੀ ਬਾਤ। ਪ੍ਰੇਮੀ ਤਾਂ ਕਹਿ ਰਹੇ ਨੇ ਕਿ ਠੀਕ ਹੈ ਅਸੀਂ ਪ੍ਰੇਮੀ ਹਾਂ, ਪਰ ਜੋ ਪ੍ਰੇਮ ਦੇ ਵਿੱਚ ਅਵਸਥਾ ਹੁੰਦੀ ਹੈ ਉਹ ਸਾਡੀ ਬਣਦੀ ਨਹੀਂ। ਕਿਉਂਕਿ ਇਤਿਹਾਸ ਦੇ ਵਿੱਚ ਜਦੋਂ ਅਸੀਂ ਕੋਈ ਐਸੀਆਂ ਸਾਖੀਆਂ ਸੁਣਦੇ ਹਾਂ ਕਿ ਜਿਨ੍ਹਾਂ ਨੂੰ ਵਾਕਈ ਹੀ ਪ੍ਰੇਮ ਹੋ ਗਿਆ, ਉਹਨਾਂ ਦੀ ਦਸ਼ਾ ਕੁਛ ਦੀ ਕੁਛ ਹੀ ਹੋ ਗਈ। ਉਹਨਾਂ ਨੂੰ ਕੋਈ ਵੀ ਦੁੱਖ ਜਿਹੜਾ ਸੀ ਦੁਖੀ ਨਹੀਂ ਕਰ ਸਕਿਆ, ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਦੇ ਮਨ ਦੇ ਅੰਦਰ ਉਸ ਪ੍ਰੇਮ ਤੋਂ ਵੱਧ ਕੋਈ ਚਾਹਤ ਹੀ ਨਹੀਂ ਰਹੀ। ਇਸ ਕਰਕੇ ਜਦੋਂ ਸਾਡੇ ਦਸ਼ਾ ਵੱਲ ਦੇਖਦੇ ਹੋਏ ਸਾਨੂੰ ਅੱਜ ਜੋ ਬਚਨ ਫਰਮਾ ਰਹੇ ਨੇ, ਮਾਨੇ ਪ੍ਰੇਮੀ ਸੁਣੋ ਪ੍ਰੇਮ ਕੀ ਬਾਤ, ਕਿ ਹੇ ਪ੍ਰੇਮੀ ਤੁਸੀਂ ਪ੍ਰੇਮ ਦੇ ਬਾਰੇ ਅੱਛੀ ਤਰ੍ਹਾਂ ਸੁਣੋ। ਅੱਜ ਤੁਹਾਨੂੰ ਪ੍ਰੇਮ ਦੇ ਬਾਰੇ ਮੈਂ ਸਮਝਾਉਂਦਾ ਹਾਂ, ਕਿਉਂਕਿ ਕਈ ਵਾਰ ਅਸੀਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੇਵਾ 'ਚ ਚੱਲਦੇ ਹਾਂ, ਸਾਡੇ ਮਨ ਦੀ ਅਵਸਥਾ ਜਿਹੜੀ ਹੈ ਬਦਲਦੀ ਰਹਿੰਦੀ ਹੈ, ਇਹ ਉੱਪਰ ਥੱਲੇ ਜਾਂਦੀ ਰਹਿੰਦੀ ਹੈ। ਕਦੀ ਕਦੀ ਤਾਂ ਇਹਨੂੰ ਬਹੁਤ ਵਿਸ਼ਵਾਸ ਭਰੋਸਾ ਭਾਵ ਜਿਹੜਾ ਹੁੰਦਾ ਹੈ, ਔਰ ਕਦੀ ਕਦੀ ਇਹ ਬਿਲਕੁਲ ਹੀ ਐਂ ਜਿਸ ਤਰ੍ਹਾਂ ਹੁੰਦਾ ਕਿ ਖਾਲੀ ਭਾਂਡੇ ਵਰਗਾ ਹੋ ਜਾਂਦਾ ਹੈ। ਜੇ ਇਹਨੂੰ ਵਾਕਈ ਹੀ ਪ੍ਰੇਮ ਹੋਵੇ, ਕਿਉਂਕਿ ਜਿਸ ਤਰ੍ਹਾਂ ਕਬੀਰ ਸਾਹਿਬ ਨੇ ਫਰਮਾਇਆ ਕਿ ਛਿਨ ਮੇ ਬੜੇ ਛਿਨ ਮੇ ਗਟੇ ਵੋ ਤੋਂ ਪ੍ਰੇਮ ਨਾ ਹੀ। ਉਹਨੇ ਤਾਂ ਸਾਫ਼ ਹੀ ਕਰ ਦਿੱਤਾ ਕਿ ਇਹ ਪ੍ਰੇਮ ਹੈ ਹੀ ਨਹੀਂ। ਲੇਕਿਨ ਕਈ ਵਾਰ ਅਸੀਂ ਇਸੇ ਹੀ ਭੁਲੇਖੇ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ ਕਿ ਅਸੀਂ ਸਤਸੰਗੀ ਹਾਂ, ਅਸੀਂ ਪ੍ਰੇਮੀ ਹਾਂ, ਅਸੀਂ ਸਿੱਖ ਹਾਂ। ਉਦੋਂ ਤੱਕ ਅਸੀਂ ਸਿੱਖ ਕਹਿ ਲਓ, ਸੇਵਾਦਾਰ ਕਹਿ ਲਓ, ਸ਼ਿਸ਼ ਕਹਿ ਲਓ, ਹੋ ਹੀ ਨਹੀਂ ਸਕਦੇ ਜਦੋਂ ਤੱਕ ਸਾਡੇ ਅੰਦਰ ਪ੍ਰੇਮ ਨਹੀਂ ਆਏਗਾ ਗੁਰੂ ਪ੍ਰਤੀ। ਕਿਉਂਕਿ ਕਿਸੇ ਵੀ ਪਾਸੇ ਦੇਖ ਲਈਏ, ਕਿਸੇ ਵੀ ਧਰਮ ਦੀ ਗੱਲ ਕਰ ਲਈਏ, ਜਦੋਂ ਉਹਨਾਂ ਨੇ ਦੱਸ ਦਿੱਤਾ ਕਿ ਜਦੋਂ ਪ੍ਰੇਮ ਹੋ ਗਿਆ ਫਿਰ ਇਹਦੀ ਅਵਸਥਾ ਬਦਲੇਗੀ ਨਹੀਂ ਕਦੀ। ਪ੍ਰੇਮ ਤਾਂ ਫਿਰ ਜਿਸ ਪ੍ਰੇਮ ਦੇ ਵਿੱਚ ਚਾਹੇ ਉਹਨਾਂ ਨੂੰ ਲੋਹਾਂ 'ਤੇ ਬਿਠਾ ਦਿੱਤਾ, ਚਾਹੇ ਉਹਨਾਂ ਦੀਆਂ ਖੱਲਾਂ ਉਤਾਰ ਦਿੱਤੀਆਂ, ਚਾਹੇ ਜਿਸ ਤਰ੍ਹਾਂ ਮਰਜ਼ੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ, ਪਰ ਉਹ ਪ੍ਰੇਮ ਫਿਰ ਘਟਿਆ ਨਹੀਂ। ਮਨਸੂਰ ਜੀ ਨੂੰ ਕਿਸ ਤਰ੍ਹਾਂ ਸੂਲੀ 'ਤੇ ਚੜ੍ਹਾ ਦਿੱਤਾ ਗਿਆ। ਹੋਰ ਕਈ ਐਸੇ ਭਗਤ ਸੀ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਦੁੱਖ ਦੇ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਹਰ ਸਾਹ ਦੇ ਨਾਲ ਉਸ ਪ੍ਰੇਮ ਦੀ ਹੀ ਗੱਲ ਕੀਤੀ, ਉਸ ਆਪਣੇ ਪਰਮੇਸ਼ਵਰ ਦੀ ਹੀ ਗੱਲ ਕੀਤੀ।
ਸਾਨੂੰ ਕਈ ਵਾਰ ਛੋਟੀ ਛੋਟੀਆਂ ਚੀਜ਼ਾਂ ਦੇ ਉੱਤੇ ਹੀ ਜਿਹੜਾ ਰੋਸ ਆ ਜਾਂਦਾ ਹੈ ਮਨ ਦੇ ਵਿੱਚ। ਠੀਕ ਹੈ ਤਾਂ ਸਭ ਕੁਝ ਹੀ ਪ੍ਰੇਮ ਹੀ ਹੈ। ਮੈਂ ਕਈ ਵਾਰ ਬੇਨਤੀ ਕਰਦਾ ਹਾਂ ਕਿ ਸਭ ਕੁਝ ਹੀ ਪ੍ਰੇਮ ਹੈ। ਕਈ ਵਾਰ ਅਸੀਂ ਪ੍ਰੇਮ ਦੇ ਨਾਲ ਕੋਈ ਵੀ ਵਚਨ ਕਰਦੇ ਹਾਂ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਆਹ ਚੀਜ਼ ਇਸ ਤਰ੍ਹਾਂ ਆ, ਠੀਕ ਹੈ, ਕੋਈ ਗੱਲ ਨਹੀਂ। ਸਤਿਗੁਰ ਹਰ ਕੁਝ ਮਨਜ਼ੂਰ ਕਰਦੇ ਨੇ। ਮੈਂ ਕਈ ਵਾਰ ਦੱਸਿਆ ਹੈ ਕਿ ਨਿਯਮ ਪ੍ਰੇਮ ਦੇ ਵਿੱਚ ਉਹ ਕਹਿੰਦੇ ਆ ਕਿ ਕੋਈ ਨਿਯਮ ਨਹੀਂ ਹੁੰਦਾ। ਪ੍ਰੇਮ ਤੇ ਪ੍ਰੇਮ ਹੀ ਹੁੰਦਾ ਹੈ, ਉਸ ਤੋਂ ਇਲਾਵਾ ਕੋਈ ਦੂਸਰੀ ਚੀਜ਼ ਹੈ ਹੀ ਨਹੀਂ। ਹੁਣ ਕਈ ਵਾਰ ਦੇਖਣਾ ਕਿ ਸਤਿਗੁਰਾਂ ਨੂੰ ਕਿਸੇ ਨੇ ਕੋਈ ਭੇਟਾ ਕਰਨੀ, ਕੋਈ ਵੀ ਚੀਜ਼, ਕੋਈ ਵਸਤਰ ਭੇਟ ਕਰਨੇ, ਕੋਈ ਕਿਸੇ ਤਰ੍ਹਾਂ ਦੀ ਹੋਰ ਕੋਈ ਚੀਜ਼ ਐਸੀ ਭੇਟ ਕਰਨੀ, ਅਤੇ ਪਿਆਰ ਦੇ ਨਾਲ ਜਿਸ ਬੰਦੇ ਨੇ ਭੇਟ ਕਰਨੀ ਉਹਨੇ ਕਹਿਣਾ ਕਿ ਮਹਾਰਾਜ ਜੀ ਆਹ ਵਸਤਰ ਜਿਹੜੇ ਨੇ ਇਹ ਜ਼ਰੂਰ ਪਾਉਣਾ, ਜ਼ਰੂਰ ਸਵਾ ਕੇ। ਹੁਣ ਉਹਨਾਂ ਦਾ ਰੰਗ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਹੋਣਾ, ਚਾਹੇ ਉਹ ਪਸੰਦ ਕਰਦੇ ਨਹੀਂ ਕਰਦੇ ਕੁਛ, ਪਰ ਉਹਨਾਂ ਨੇ ਕਹਿਣਾ ਹਾਂ ਜ਼ਰੂਰ ਬੇਟੇ, ਮਨਜ਼ੂਰ ਕਰਨਾ ਉਸ ਚੀਜ਼। ਕਈ ਵਾਰ ਸੇਵਾ 'ਚ ਜਾਣ ਦਾ ਮੌਕਾ ਮਿਲਣਾ, ਕਈ ਜਗ੍ਹਾ 'ਤੇ ਐਸੀਆਂ ਜਗ੍ਹਾ 'ਤੇ ਜਾਣਾ ਕਿ ਬਾਹਰਲੀ ਇੱਕ ਅਵਸਥਾ ਜਿਹੜੀ ਉਹ ਹੋਰ ਹੈ, ਇਹ ਦੇਹ ਧਾਰ ਕੇ ਅਸੀਂ ਸਭ ਆਏ ਹਾਂ। ਸੰਤ ਮਹਾਤਮਾ ਵੀ ਇਸੇ ਹੀ ਦੇਹ 'ਚ ਆਉਂਦੇ ਨੇ। ਕਈ ਵਾਰ ਕੋਈ ਥਕਾਵਟ ਹੋਈ ਹੋਣੀ, ਕਿਸੇ ਵੇਲੇ ਕੋਈ ਚੀਜ਼ ਵਾਸਤੇ ਮਨਾ ਕੀਤਾ ਹੋਣਾ ਡਾਕਟਰ ਨੇ, ਪਰ ਜਦੋਂ ਕਿਸੇ ਸਿੱਖ ਨੇ ਪਿਆਰ ਨਾਲ ਕਹਿਣਾ ਕਿ ਨਹੀਂ ਜੀ ਆਹ ਚੀਜ਼ ਲਵੋ, ਅਤੇ ਉਹਨਾਂ ਨੇ ਹਰ ਚੀਜ਼ ਨੂੰ ਹੱਸ ਕੇ ਜਿਹੜਾ ਸੀ ਉਸ ਪ੍ਰੇਮ ਦੇ ਨਾਲ ਮਨਜ਼ੂਰ ਕਰਨਾ। ਮੈਂ ਕਦੀ ਨਹੀਂ ਦੇਖਿਆ ਸਤਿਗੁਰਾਂ ਨੂੰ ਕਿ ਕਦੀ ਉਹਨਾਂ ਨੇ ਕਿਸੇ ਦਾ ਦਿਲ ਦੁਖਾਇਆ ਹੋਵੇ। ਜਿਸ ਤਰ੍ਹਾਂ ਵੀ ਜੋ ਮਰਜ਼ੀ, ਹਜੇ ਕਿ ਅਸੀਂ ਆਪਣੇ ਆਪ ਦੇ ਵਿੱਚ ਕਈ ਕਾਨੂੰਨ ਬਣਾਏ ਨੇ, ਅਸੀਂ ਆਪਣੇ ਆਪ ਦਾ ਬੜਾ ਖਿਆਲ ਰੱਖਦੇ ਹਾਂ, ਹਰ ਚੀਜ਼ ਜਿਹੜੀ ਅਸੀਂ ਕਹਿੰਦੇ ਹਾਂ ਅਸੂਲ ਹੈ। ਠੀਕ ਹੈ, ਮੈਂ ਪਹਿਲਾਂ ਗੱਲ ਕੀਤੀ ਕਿ ਸਾਰੇ ਅਸੂਲ ਇੱਕ ਤਰਫ, ਪਰ ਪ੍ਰੇਮ ਜਿਹੜਾ ਆ ਉਹ ਇੱਕ ਅਲੱਗ ਹੀ ਇੱਕ ਪ੍ਰੇਮ ਦੀ ਅਵਸਥਾ ਇੱਕ ਅਲੱਗ ਹੈ। ਜਦੋਂ ਸਾਨੂੰ ਵਾਕਈ ਹੀ ਪ੍ਰੇਮ ਹੋ ਗਿਆ, ਇੱਕ ਸੰਸਾਰੀ ਪ੍ਰੇਮ ਜਦੋਂ ਕਿਸੇ ਨਾਲ ਹੋ ਜਾਂਦਾ ਹੈ, ਅਤੇ ਉਹ ਜਿਹੜਾ ਪ੍ਰੇਮੀ ਹੈ ਉਹਨੂੰ ਭੁੱਖ ਨਹੀਂ ਲੱਗਦੀ, ਉਹਨੂੰ ਠੰਡ ਗਰਮੀ ਦਾ ਨਹੀਂ ਪਤਾ ਲੱਗਦਾ, ਉਹ ਜਿੱਥੇ ਖੜਾ ਹੈ, ਉਹਨੂੰ ਨਹੀਂ ਪਤਾ ਕਿ ਕੀ ਅਵਸਥਾ ਹੈ ਆਪਣੀ। ਅਤੇ ਜਦੋਂ ਉਸ ਪਰਮੇਸ਼ਵਰ ਦੇ ਨਾਲ ਸੱਚਾ ਪ੍ਰੇਮ ਹੋ ਗਿਆ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਹੋ ਗਿਆ, ਅਤੇ ਕੀ ਇਹਦੀ ਅਵਸਥਾ ਨਹੀਂ ਬਦਲੇਗੀ? ਕਿਹੋ ਜਿਹੀ ਅਵਸਥਾ ਹੋਏਗੀ ਉਹ? ਹੁਣ ਜਦੋਂ ਗੱਲ ਆ ਰਹੀ ਹੈ ਪ੍ਰੇਮ ਦੀ, ਪ੍ਰੇਮ ਦੇ ਵਿੱਚ ਜਿਸ ਤਰ੍ਹਾਂ ਸਤਿਗੁਰ ਸਾਡਾ ਸਭ ਕੁਝ, ਅਸੀਂ ਕਈ ਗਲਤੀਆਂ ਕਰਦੇ ਹਾਂ। ਕਿਉਂਕਿ ਇੱਕ ਔਗਣ ਮੇਰਾ ਬਾਬੁਲ ਤੱਕੇ, ਦੇਵੇ ਦੇਸ਼ ਨਿਕਾਲਾ, ਲੱਖ ਔਗਣ ਮੇਰਾ ਸਤਿਗੁਰ ਤੱਕੇ, ਫਿਰ ਵੀ ਕਰਦਾ ਟਾਲਾ। ਬੇਟੇ ਇਹਨਾਂ ਨੂੰ 2 ਮਿੰਟ ਬੈਠ ਜਾਓ ਬੇਟੇ, ਕੋਈ ਨਹੀਂ, ਬਾਅਦ 'ਚ ਕਰ ਲੈਂਦੇ। ਕਿਉਂਕਿ ਸੰਸਾਰੀ ਤੌਰ ਦੇ ਉੱਤੇ ਕਈ ਨਿਯਮ ਨੇ, ਅਤੇ ਉਹਦੇ ਵਿੱਚ ਅੱਛਾ ਬੁਰਾ ਬੜਾ ਕੁਛ ਆਉਂਦਾ ਹੈ। ਲੇਕਿਨ ਸਤਿਗੁਰਾਂ ਦਾ ਜਿਹੜਾ ਪ੍ਰੇਮ ਸਾਡੇ ਨਾਲ ਸੱਚਾ ਹੈ, ਸਾਡੇ ਨਾਲ ਸੱਚਾ ਪ੍ਰੇਮ ਹੈ, ਅਤੇ ਉਹ ਕੀ ਕਹਿੰਦੇ ਨੇ ਕਿ ਬਈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਅਸੀਂ ਗਲਤੀ ਕਰਦੇ ਹਾਂ, ਉਹ ਸਾਨੂੰ ਦਇਆ ਕਰਕੇ ਬਖਸ਼ਦੇ ਨੇ। ਜਦੋਂ ਵੀ ਅਸੀਂ ਮਾਣ ਦੇ ਨਾਲ, ਉਸ ਪਿਆਰ ਦੇ ਨਾਲ ਬੇਨਤੀ ਕਰਦੇ ਹਾਂ, ਅਤੇ ਉਹ ਮਨਜ਼ੂਰ ਕਰਦੇ ਨੇ। ਕਿਸੇ ਤਰ੍ਹਾਂ ਦੀ ਵੀ, ਚਾਹੇ ਉਹ ਗੁਰਮਤ ਰਾਹੀਂ ਹੋਵੇ ਜਾਂ ਸੰਸਾਰ ਤਰੀਕੇ ਦੇ ਨਾਲ ਹੋਵੇ, ਕੋਈ ਵੀ ਹੋਵੇ, ਸੰਸਾਰੀ ਚੀਜ਼ਾਂ ਮੰਗਦੇ ਆ ਉਹ ਵੀ ਦਿੰਦੇ ਨੇ, ਪਰਮਾਰਥ ਮੰਗਦੇ ਆ ਪਰਮਾਰਥ ਵੀ ਦਿੰਦੇ ਨੇ। ਕੋਈ ਮੰਗਦਿਆਂ ਗਲਤੀ ਹੋ ਜਾਂਦੀ, ਕੋਈ ਸੇਵਾ 'ਚ ਗਲਤੀ ਹੋ ਜਾਂਦੀ ਹੈ, ਉਹ ਹਮੇਸ਼ਾ ਹੀ ਸਾਨੂੰ ਬਖਸ਼ਦੇ ਨੇ, ਮਾफ़ ਕਰਦੇ ਨੇ। ਲੇਕਿਨ ਜਿਹੜੀ ਅਸੀਂ ਹੁਣ ਗੱਲ ਕੀਤੀ ਕਿ ਜਿਹੜੇ ਸਤਿਗੁਰਾਂ ਨੇ ਫਰਮਾਇਆ ਕਿ ਪ੍ਰੇਮੀ ਸੁਣੋ ਪ੍ਰੇਮ ਕੀ ਬਾਤ, ਕਿਉਂਕਿ ਉਹ ਜਦੋਂ ਫਰਮਾ ਹੀ ਰਹੇ ਨੇ, ਇਸ ਕਰਕੇ ਬੜੇ ਧਿਆਨ ਦੇ ਨਾਲ ਸੁਣਨਾ ਹੈ, ਕਿਉਂਕਿ ਸਾਨੂੰ ਕਹਿ ਰਹੇ ਨੇ ਸੁਣੋ ਪ੍ਰੇਮ ਕੀ ਬਾਤ। ਇਸ ਲਈ ਜਿੰਨੀ ਦੇਰ ਵੀ ਅਸੀਂ ਇੱਥੇ ਬੈਠੇ ਹਾਂ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ, ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਮਨ ਇੱਧਰ ਉੱਧਰ ਨਾ ਹੋਵੇ ਸਤਿਗੁਰਾਂ ਦੇ ਵੱਲ, ਕਿਉਂਕਿ ਜਦੋਂ ਸਪੈਸ਼ਲ ਬਚਨ ਹੀ ਉਹਨਾਂ ਦੇ ਉਹ ਆਏ ਨੇ ਕਿ ਸੁਣੋ ਪ੍ਰੇਮ ਕੀ ਬਾਤ, ਔਰ ਪ੍ਰੇਮ ਤੋਂ ਬਗੈਰ ਗੱਲ ਬਣਨੀ ਕੋਈ ਨਹੀਂ ਹੈਗੀ। ਜਿੱਥੇ ਮਰਜ਼ੀ ਉਹਨੂੰ ਕਿਹਾ ਕਿ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਹੁਣ ਗੁਰ ਭਗਤੀ ਪੂਰੀ ਕਦੋਂ ਹੋਣੀ ਹੈ? ਪ੍ਰੇਮ ਨਾਲ ਹੀ। ਉਹਨੇ ਕਿਹਾ ਸੇਵਾ ਕਰੋ ਪ੍ਰੇਮ ਸੇ ਗੁਰ ਕੀ। ਹੁਣ ਜਦੋਂ ਪ੍ਰੇਮ ਹੋਏਗਾ ਹੀ ਨਹੀਂ, ਤੇ ਕੁਛ ਵੀ ਕਰੀਏ ਨਹੀਂ ਗੱਲ ਬਣੇਗੀ। ਕਿਉਂਕਿ ਇੱਥੋਂ ਤੱਕ ਕਬੀਰ ਸਾਹਿਬ ਨੇ ਫਰਮਾ ਦਿੱਤਾ, ਉਹਨੇ ਫਰਮਾਇਆ ਜੋਗੀ ਜੰਗਮ ਸੇਵੜਾ। ਹਰ ਇੱਕ ਦੇਖੋ ਕੈਟਾਗਰੀ ਦਾ ਨਾਮ ਲੈਦਾ ਸੀ। ਇੱਕ ਆਮ ਇਨਸਾਨ ਜਿਹੜੇ ਅਸੀਂ, ਜਿਹੜੇ ਤਪ ਕਰਦੇ ਨੇ, ਜਿਹੜੇ ਸਾਧਨਾ ਸਾਧਦੇ ਨੇ, ਸਾਰਿਆਂ ਦਾ ਹੀ ਉਹਨਾਂ ਨੇ ਕਰ ਦਿੱਤਾ।
कहा कि जोगी जंगम सेवड़ा और सन्यासी दरवेश, बड़िया अवस्था ने, बड़ी उन्होंने पूजा होंगी है, सब कुछ माण मिलता है, पर गल फिर उही गल कर रहे हैं कि जिथे असी पहुँचना चाहुंदे आ, जिहड़ी अवस्था नूं असी हासिल करना चाहुंदे आ, जिहदे वास्ते असी बेनतियां भी करते हैं, असी कहने सतगुरु जी दया कृपा करो, मन नूं चैन नहीं आउंदा, दया कृपा करो, अवस्था बनती नहीं जो सानूं सतगुर कहते हैं, मन च जिहड़ा प्रेम नहीं आउंदा, प्यार नहीं आउंदा, असी आम बेनतियां करते रहने हैं सतगुरां दे अगे कि कृपा करो, दया करो, थोड़ी जी अवस्था बदले, मन जिहड़ा आ प्रेम आवे मन च, असी अगे वधीए। पर ਜਿਹੜੇ सतगुर बचन फरमाते हैं, जे उन्होंने ध्यान दे के असी सुनांगे तो बई हर चीज़ का सानू जवाब मिलेगा। उन्होंने फरमाया कि जोगी जंगम सेवड़ा और सन्यासी दरवेश बिना प्रेम पहुँचे नहीं, दुर्लभ सतगुर देश। असी तो काम अपने आप को कहने कि असी तो बड़े जी इंसान आ, बड़े लिबड़े तिबड़े आ, उन्होंने किन्ना किन्ना दे नाम लैते, जोगी जंगम सेवड़ा और सन्यासी, सारिਆਂ ਦੇ नाम लैते थे कि कोई भी होवे जे ਉਹਦੇ अंदर प्रेम नहीं आया तो जिन्नियां मर्जी बाहर के कर्मकांड कर लवे, वो अपने उस सतगुरां दे देश च नहीं पहुँच सकता, वो बड़ा दुर्लभ देश है। असी किस तरह ये सोच सकते हैं कि बिना प्रेम तो असी वो गल उसनूं हासिल कर लांगे। बाहरलियां चीज़ां एक अलग ने, ठीक है, मैं पहलां कहा कि सतगुर सब कुछ मंजूर करते हैं, जो भी कोई फुल रख के मत्था टेकदा है वह भी मंजूर है, कोई गुड़ रख के टेकदा है वह भी मंजूर है, कोई खाली हथ भी आउंदा है तां भी मंजूर है। साडी अंदर दी अवस्था नूं देखदे आ कि साडे अंदर की है। इस करके सतगुरां ने बड़ा ही एक सौखा मार्ग दस्सिया कि बई किसी तरह की भी, हाँ बाकी सारियां चीज़ां बाद दे विच ठीक ने, पर पहलां प्रेम, जिथों प्रेम लंघ गया उत्थे सब कुछ ही लंघ जाएगा। पर जे सारा कुछ ही असी कर लईए तो प्रेम ना बनिया तो फिर फायदा की होया, फिर कोई फायदा नहीं। इस करके सब तो पहलां साडे अंदर प्रेम आवे, और प्रेम की जिहड़ी अवस्था दस दी उन्होंने कि छिन्नवें बड़े छिन्नवें गटे वो तो प्रेम ना ही। ये नहीं प्रेम इस तरह का नहीं होना कि अज तो बड़ा जी उमड़ उमड़ पै रहा तो एकदम बाद ठुस कम, इस तरह का नहीं होना। प्रेम की एक बारी प्रेम बन गया, हो गया प्रेम, तो फिर बई कभी वो मुकदा नहीं कभी। इस करके मन दे विच असीं हमेशा वो सोचते हुण इस प्रेम नूं चैक करन दा मीटर की है, क्योंकि उन्होंने पहलां कहा कि प्रेमी सुनो प्रेम की बात, प्रेमी तो असीं हैं, पर जे असीं अपना चैक करना चाहुंदे हां कि वाकई असीं किन्ने प्रेमी आ, तो उहदे वास्ते मीटर इक्को ही है कि साडा अप डाउन तो नहीं हो रहा। जे असीं बड़ा प्यार उमड़ रहा है तो कभी भी जो मर्जी असीं करते हैं, सतगुर सब कुछ ही मंजूर करते हैं, पर कभी साडा डाउन तो नहीं जाता कि जे तो जिस तरह संसारी तौर पर सानू कोई प्रेम करता है, जिस असीं प्रेम किनू संसार च प्रेम वेख्या, एक तो अरशी प्रेम, एक फरशी। जे असी अरशी प्रेम चाहुंदे हैं तो फिर वो जी सानू दशा जी करनी पेगी। जे छोटी छोटी गल तो जिस तरह संसारी तौर के उत्ते साडी कोई गल मन्नी जाए, असी बड़े खुश हुन्ने आ, बड़ा उहदियां तारीफां करते हैं, तो जदों वो साडी गल कोई नहीं मनदा, चाहे वो बच्चे होण, चाहे वो भैन भरा होण, चाहे वो माता पिता होण, कोई भी होण, जदों तक वो मन्नी जांदे ने साडियां, तो उदों तक तो असी बड़ी तारीफां करते हैं, बड़े खुश हुन्ने आ, बड़ा लोगों को कहने हैं कि बई इहो ही नाता बड़ा वधिया है, ये बड़ा प्यार करते हैं सानू, असी बड़ा प्यार करते हैं तो जिस दिन कोई गल ना मन्नी, चाहे वो साडे ही फायदे की होवे, तो उस दिन असी उल्ट हो जाते हैं। जे ये अवस्था गुरु नाल भी हो रही है, इसका मतलब कि असी प्रेमी नहीं हाँ, उदों तक असी प्रेमी नहीं है। और जदों तक असी प्रेमी ना बने उदों तक एक कदम भी असी अगे नहीं वध सकते परमार्थ दे विच, क्योंकि दसम पातशाह ने फरमाया, कहा कि साच कहूँ सुन लियो सबे, जिन प्रेम कियो तिन ही प्रभ पायो। कोई किसी तरह ने कहा कि पहले वैसे तो झूठ बोलते ही नहीं कभी, पर फिर भी कह देता कि सच कहूँ, कि सच कह रहा तुहानूं मैं, इनू चंगी तरह समझ लो। जे फिर भी जे गुरु भी इन्नी गल कह रहा है कि सच कह रहा है, मतलब अच्छी तरह सुन लो कि जिन प्रेम कियो तिन ही प्रभ पायो, तो फिर तो अपने अंदर मुक जानी चाहिए, ये बाकी दौड़ ही मुक जानी चाहिए। एक बार किसी महात्मा नूं, बहुत कोई वड्डे महात्मा सी, उन्होंने कोई स्कूल दे विचों कोई प्रिंसीपल आए, कहने लगे कि तुसीं बहुत पहुँचे हुए महात्मा हो, बड़े
ਗਿਆਨ ਹੈ ਤੁਹਾਨੂੰ, ਤੇ ਬਈ ਸਾਡੇ ਸਕੂਲ ਦੇ ਵਿੱਚ ਵੀ ਆ ਕੇ ਬੱਚਿਆਂ ਨੂੰ ਕੁਝ ਦੱਸੋ। ਵੈਸੇ ਤਾਂ ਉਹ ਬਹੁਤ ਜਾਂਦੇ ਨਹੀਂ ਸੀ ਕਿਤੇ, ਬਿਰਧ ਅਵਸਥਾ ਹੋ ਗਈ ਸੀ, ਉੱਠਿਆ ਨਹੀਂ ਸੀ ਜਾਂਦਾ ਦੇਰ ਕਰਕੇ, ਤੇ ਕਹਿਣ ਲੱਗੇ ਕਿ ਚਲੋ ਤੁਸੀਂ ਬੇਨਤੀ ਕਰ ਰਹੇ, ਮੈਂ ਆਵਾਂਗਾ ਜ਼ਰੂਰ। ਚਲੋ ਉੱਥੇ ਪਹੁੰਚੇ, ਉਹਨਾਂ ਨੂੰ ਪਿੱਛੇ ਚੇਅਰ ਦਿੱਤੀ ਗਈ, ਬਈ ਬੈਠ ਗਏ। ਕੁਛ ਟਾਈਮ ਬਾਅਦ ਪ੍ਰਿੰਸੀਪਲ ਆਏ, ਕਹਿਣ ਲੱਗੇ ਕਿ 2 ਮਿੰਟ ਬੱਚਿਆਂ ਨੂੰ ਕੋਈ ਸਮਝਾਓ ਤੁਸੀਂ ਵੀ। ਉਹ ਉੱਠ ਕੇ ਕਹਿਣ ਲੱਗੇ ਕਿ ਬੱਚਿਓ, ਬਸ ਇੱਕ ਚੀਜ਼ ਦਾ ਧਿਆਨ ਰੱਖੋ, ਆਪਸ ਦੇ ਵਿੱਚ ਸਭ ਪ੍ਰੇਮ ਕਰਿਆ ਕਰੋ, ਪ੍ਰੇਮ ਦੇ ਨਾਲ ਰਿਹਾ ਕਰੋ। ਦੇਖੋ ਜਦੋਂ ਪ੍ਰੇਮ ਆ ਗਿਆ ਤਾਂ ਸਭ ਕੁਛ ਹੀ ਆ ਜਾਣਾ। ਬਸ ਇੰਨੀ ਗੱਲ ਕੀਤੀ, ਫਿਰ ਜਾ ਕੇ ਬਹਿ ਗਈ ਕੁਰਸੀ 'ਤੇ। ਫਿਰ ਥੋੜ੍ਹੀ ਦੇਰ ਬਾਅਦ ਉਹ ਪ੍ਰਿੰਸੀਪਲ ਕਹਿਣ ਲੱਗਿਆ ਕਿ ਤੁਸੀਂ ਤਾਂ ਏਡੇ ਵੱਡੇ ਗਿਆਨੀ ਹੋ, ਅਤੇ ਕੁਛ ਹੋਰ ਵੀ ਥੋੜ੍ਹਾ ਜਿਹਾ ਕਹੋ, ਹੋਰ ਵੀ ਕੁਝ ਬੱਚਿਆਂ ਨੂੰ ਸਮਝਾਓ। ਉਹ ਫਿਰ ਉੱਠੇ, ਫਿਰ ਕਹਿਣ ਲੱਗੇ, ਪਿਆਰੇ ਬੱਚਿਓ, ਬਸ ਆਪਣੇ ਅੰਦਰ ਪ੍ਰੇਮ ਪੈਦਾ ਕਰੋ, ਕਿਉਂਕਿ ਪ੍ਰੇਮ ਤੋਂ ਬਗੈਰ ਤੁਸੀਂ ਨਾ ਇਸ ਸੰਸਾਰ ਦੇ ਵਿੱਚ ਕਾਮਯਾਬ ਹੋ ਸਕਦੇ ਹੋ, ਔਰ ਨਾ ਹੀ ਤੁਸੀਂ ਉਸ ਦਰਗਾਹ ਦੇ ਵਿੱਚ ਕਾਮਯਾਬ ਹੋ। ਇਸ ਦੀ ਗੱਲ ਫਿਰ ਕੀਤੀ, ਬੈਠ ਗਏ। ਤੀਸਰੀ ਵਾਰ ਪ੍ਰਿੰਸੀਪਲ ਫਿਰ ਕਹਿਣ ਲੱਗਾ, ਅਤੇ ਉਹ ਮਤਲਬ ਕਹਿਣ ਲੱਗੇ ਕਿ ਦੇਖੋ ਜੋ ਇਹਦਾ ਸਾਰ ਹੈ ਮੈਂ ਸਾਰਾ ਹੀ ਦੱਸ ਦਿੱਤਾ। ਹੁਣ ਜਿੰਨਾ ਤੁਸੀਂ ਵਿੱਚ ਜਾਓਗੇ ਓਨਾ ਹੀ ਤੁਹਾਨੂੰ ਇਹਦੇ ਵਿੱਚੋਂ ਹੀ ਮਿਲੀ ਜਾਏਗਾ। ਇਹਦੇ ਵਿੱਚ ਕਰਕੇ ਦੇਖ ਲਓ, ਜਿੰਨਾ ਤੁਸੀਂ ਪ੍ਰੇਮ ਕਰੋਗੇ ਤੁਹਾਨੂੰ ਆਪਣੇ ਆਪ ਅੱਗੇ ਸਭ ਕੁਝ ਸਮਝ ਲੱਗੀ ਜਾਏਗੀ। ਕਿਉਂਕਿ ਪ੍ਰੇਮ ਤੋਂ ਬਗੈਰ ਅਸੀਂ ਕਿੰਨੇ ਸਤਸੰਗ ਸੁਣ ਲਏ, ਕਿੰਨੀ ਥਾਵਾਂ ਮੱਥੇ ਅਸੀਂ ਟੇਕ ਲਏ, ਕਿੰਨਾ ਕੁਛ ਅਸੀਂ ਕਰ ਲਿਆ, ਪਰ ਇੱਕ ਪ੍ਰੇਮ ਤੋਂ ਬਗੈਰ ਖਾਲੀ ਦਾ ਖਾਲੀ ਹੀ ਰਹਿੰਦਾ ਸਭ ਕੁਛ। ਇਸ ਲਈ ਜੋ ਸਤਿਗੁਰਾਂ ਦੇ ਬਚਨ ਆ, ਪ੍ਰੇਮੀ ਸੁਨੋ ਪ੍ਰੇਮ ਕੀ ਬਾਤ, ਸੇਵਾ ਕਰੋ ਪ੍ਰੇਮ ਸੇ ਗੁਰ ਕੀ। ਹੁਣ ਦੇਖੋ ਅਸੀਂ ਬਾਹਰਲੇ ਤੌਰ ਦੇ ਉੱਤੇ ਅਸੀਂ ਸੇਵਾ ਕਰਦੇ ਹਾਂ, ਕਿਸੇ ਮੰਦਰ ਗੁਰਦੁਆਰੇ ਕਿਸੇ ਡੇਰੇ ਜਾਂਦੇ ਹਾਂ ਅਤੇ ਬੜੇ ਸੇਵਾ ਕਰਦੇ ਹਾਂ, ਅਸੀਂ ਝਾੜੂ ਮਾਰਦੇ ਹਾਂ, ਅਸੀਂ ਉੱਥੇ ਭਾਂਡੇ ਸਾਫ਼ ਕਰਦੇ ਹਾਂ, ਬੜਾ ਹਰ ਤਰ੍ਹਾਂ ਕਰਦੇ ਹਾਂ। ਉਹਦੇ ਵਿੱਚ ਵੀ ਅਸੀਂ ਇਹ ਦੇਖਣਾ ਹੈ ਕਿ ਵਾਕਈ ਹੀ ਇਹ ਜਿਹੜੀ ਬਾਹਰਲੀ ਸੇਵਾ ਵੀ ਕਰ ਰਹੇ ਹਾਂ ਪ੍ਰੇਮ ਹੈ, ਕਿ ਉੱਥੇ ਵੀ ਜਾ ਕੇ ਮਾਣ ਵਡਿਆਈਆਂ ਹੀ ਚਾਹੁੰਦੇ ਹਾਂ। ਉੱਥੇ ਵੀ ਚਾਹੁੰਦੇ ਹਾਂ ਕਿ ਨਹੀਂ, ਸਾਨੂੰ ਤਾਂ ਐਸੀ ਸੇਵਾ ਮਿਲੇ ਕਿ ਜਿੱਥੇ ਸਾਨੂੰ ਸਭ ਦੀ ਨਿਗਾਹ ਦੇ ਥੱਲੇ ਲੋਕ ਦੇਖਣ ਕਿ ਵਾਕਈ ਹੀ ਬਈ ਇਹ ਸੇਵਾ ਕਰ ਰਿਹਾ ਹੈ। ਜੇ ਕਿਸੇ ਨੂੰ ਸੇਵਾ ਕਿਤੇ ਇੱਧਰ ਉੱਧਰ ਮਿਲ ਰਹੀ ਹੈ ਕਿ ਜਿੱਥੇ ਕਿਸੇ ਦੀ ਨਿਗਾਹ ਨਹੀਂ ਪੈ ਰਹੀ, ਉੱਥੇ ਸਾਨੂੰ ਸੇਵਾ ਮਨਜ਼ੂਰ ਨਾ ਹੋਵੇ ਕਿ ਨਹੀਂ ਇੱਥੇ ਨਹੀਂ ਮੈਂ ਸੇਵਾ ਕਰਨੀ। ਆਮ ਤੌਰ 'ਤੇ ਦੇਖਿਆ ਜਾਂਦਾ, ਕਹਿੰਦੇ ਹਰ ਇੱਕ ਬੰਦਾ ਕਹੇਗਾ ਮੇਰੀ ਅੱਗੇ ਸੇਵਾ ਲਾਓ। ਕਾਹਦੇ ਵਾਸਤੇ? ਕਿ ਜਿਹਦੀ ਸੇਵਾ ਕਰ ਰਹੇ ਹਾਂ ਉਹਨੂੰ ਪਤਾ ਹੀ ਨਹੀਂ ਹੈ। ਜੇ ਉਹਨੂੰ ਪਤਾ, ਇੰਨਾ ਨਹੀਂ ਪਤਾ, ਤਾਂ ਫਿਰ ਬਈ ਫਿਰ ਅਸੀਂ ਉਹਨੂੰ ਗੁਰੂ ਕਹਿੰਦੇ ਹੀ ਨਹੀਂ ਉਸ ਨੂੰ। ਇਸ ਲਈ ਹਰ ਵੇਲੇ ਹੁਣ ਘਰਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਕੋਈ ਮੂਰਤੀ, ਕੋਈ ਫੋਟੋ, ਕੋਈ ਚੀਜ਼ ਅਸੀਂ ਰੱਖੀ ਹੁੰਦੀ ਹੈ, ਅਸੀਂ ਅਗਰਬੱਤੀ ਕਰਦੇ ਹਾਂ, ਅਸੀਂ ਪਾਠ ਕਰਦੇ ਹਾਂ, ਅਸੀਂ ਕੁਛ ਵੀ, ਜੇ ਸਾਡੇ ਅੰਦਰ ਪ੍ਰੇਮ ਹੀ ਨਹੀਂ ਹੈ, ਵਿਸ਼ਵਾਸ ਹੀ ਨਹੀਂ ਹੈ, ਤਾਂ ਉਹਦਾ ਵੀ ਕੋਈ ਫਾਇਦਾ ਨਹੀਂ। ਜੋ ਮਰਜ਼ੀ ਕਰੀ, ਮੈਂ ਪਹਿਲਾਂ ਕਿਹਾ ਹੈ ਕਿ ਸਭ ਕੁਛ ਹੀ ਉਹਨਾਂ ਨੂੰ ਮਨਜ਼ੂਰ ਹੈ, ਪਰ ਜੇ ਪ੍ਰੇਮ ਨਾਲ। ਪ੍ਰਹਲਾਦ ਜੀ ਹੋਏ, ਉਹਨਾਂ ਦੇ ਅੰਦਰ ਉਹਨਾਂ ਨੇ ਕੀ ਕੀਤਾ ਸੀ? ਕਿਹੜੀ ਉਹਨਾਂ ਨੇ ਕੋਈ ਜਪ ਤਪ ਬੜਾ ਕੀਤਾ ਸੀ ਜਾਂ ਕਿਹੜੀ ਐਸੀ ਅਵਸਥਾ? ਸਿਰਫ ਇੱਕ ਪ੍ਰੇਮ ਨਾਲ ਹੀ ਉਸ ਪਦਵੀ ਨੂੰ ਪ੍ਰਾਪਤ ਕੀਤਾ। ਇਸ ਲਈ ਸਤਿਗੁਰਾਂ ਦੇ ਬਚਨ ਜੋ ਨੇ ਬੜੇ ਪਿਆਰੇ ਨਾਲ ਕਹਿ ਰਹੇ ਨੇ ਕਿ ਬਈ ਸੇਵਾ ਕਰੋ ਪ੍ਰੇਮ ਸੇ ਗੁਰੂ ਕੀ, ਔਰ ਦਰਸ਼ਨ ਪਰ ਬਲ ਬਲ ਜਾਤ। ਹੁਣ ਦਰਸ਼ਨ ਦੀ ਵੀ ਗੱਲ ਆਉਂਦੀ ਹੈ, ਜਿਸ ਈਸ਼ਵਰ ਪਰਮੇਸ਼ਵਰ ਜਾਂ ਜਿਸ ਦੀ ਅਸੀਂ ਸਿਫਤ ਕਰਦੇ ਹਾਂ। ਹੁਣ ਬਾਣੀ ਦੇ ਵਿੱਚ ਉਹਨਾਂ ਨੇ ਫਰਮਾਇਆ ਕਿ ਰੰਗ ਨਾ ਰੂਪ ਨਾ ਭੇਖ। ਹੁਣ ਜਦੋਂ ਤੱਕ ਮੰਨ ਲਵੋ ਕਿ ਅਸੀਂ ਉਹਨੂੰ, ਜਿਸ ਨੂੰ ਅਸੀਂ ਪਰਮੇਸ਼ਵਰ ਕਹਿੰਦੇ ਹਾਂ, ਰੱਬ ਕਹਿੰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਹੁਣ ਜੋ ਉਸ ਨੂੰ ਦੇਖੀਏ ਕਿ ਜਦੋਂ ਕੋਈ ਗੱਲ ਹੁੰਦੀ ਅਸੀਂ ਇਸ ਤਰ੍ਹਾਂ ਹੱਥ ਕਰਕੇ ਕਹਿੰਦੇ ਹਾਂ ਕੋਈ ਨਹੀਂ ਗੱਲ ਨਹੀਂ, ਰੱਬ ਦੇਖਦਾ ਪਿਆ ਨਾ, ਉੱਪਰ ਅਸੀਂ ਕਿਸ ਨੂੰ ਰੱਬ ਕਹਿੰਦੇ ਹਾਂ? ਜਦੋਂ ਤੱਕ ਜਿਸ ਨੂੰ ਅਸੀਂ ਦੇਖਿਆ ਨਹੀਂ, ਜਿਸ ਨਾਲ ਸਾਨੂੰ ਮਿਲੇ ਨਹੀਂ, ਜਿਹਦੇ ਨਾਲ ਗੱਲਬਾਤ ਨਹੀਂ ਹੋਈ, ਉਹਦੇ ਨਾਲ ਪ੍ਰੇਮ ਕਿਸ ਤਰ੍ਹਾਂ ਹੋਏਗਾ ਸਾਡਾ? ਇਹ ਹਰ ਚੀਜ਼ ਜਿਹੜੀ ਸਤਸੰਗ ਦੇ ਵਿੱਚ ਅਸੀਂ ਬੜਾ ਅੱਗੇ ਇਹਨੂੰ ਵਿਸਤਾਰ ਦੇ ਨਾਲ ਸੁਣ ਚੁੱਕੇ ਹਾਂ। ਇਸ ਚੀਜ਼ ਨੂੰ ਧਿਆਨ ਜਦੋਂ ਦੇਵਾਂਗੇ ਤਾਂ ਹਰ ਇੱਕ ਜਿਹੜਾ ਪੰਨਾ ਆਪਣੇ ਆਪ ਸਾਡੇ ਅੱਗੇ ਖੁੱਲ੍ਹਦਾ ਜਾਏਗਾ। ਤਾਂ ਉਹਨੇ ਫਰਮਾਇਆ ਕਿ ਸੇਵਾ ਕਰੋ ਪ੍ਰੇਮ ਸੇ ਗੁਰ ਕੀ, ਔਰ ਦਰਸ਼ਨ ਪਰ ਬਲ ਬਲ ਜਾਤ। ਬਈ ਐਸਾ ਪ੍ਰੇਮ ਹੋਵੇ ਕਿ ਜਿਹੜਾ ਇਹਨੂੰ ਦੁਬਾਰਾ ਫਿਰ ਕਿਸੇ ਚੀਜ਼ ਦੀ ਲੋੜ ਹੀ ਨਾ ਪਵੇ। ਪ੍ਰੇਮ ਦੇ ਨਾਲ ਹੀ ਵਧਣਾ ਹੈ। ਪ੍ਰੇਮ ਨੂੰ ਵਧਾਉਣ ਵਾਸਤੇ ਪ੍ਰੇਮ ਹੀ ਚਾਹੀਦਾ ਹੈ। ਪ੍ਰੇਮ ਨੂੰ ਵਧਾਉਣ ਵਾਸਤੇ ਕੋਈ ਸੰਸਾਰੀ ਚੀਜ਼ਾਂ ਨਹੀਂ ਸਾਨੂੰ ਕੋਈ ਚਾਹੀਦੀਆਂ। ਕਈ ਵਾਰੀ ਅਸੀਂ ਮੰਗ ਕਰਦੇ ਹਾਂ, ਅਸੀਂ ਕਹਿੰਦੇ ਹਾਂ ਮੇਰਾ ਸਿਮਰਨ ਨਹੀਂ ਬਣਦਾ, ਮੇਰਾ ਧਿਆਨ ਭਟਕਦਾ ਹੈ, ਪਹਿਲਾਂ ਆਹ ਕੰਮ ਹੋ ਜਾਵੇ ਫਿਰ ਸਿਮਰਨ ਹੋਏਗਾ। ਮੇਰੀ ਸੇਵਾ ਨਹੀਂ ਬਣਦੀ, ਮੇਰਾ ਧਿਆਨ ਇੱਧਰਲੇ ਪਾਸੇ ਜਾਂਦਾ, ਇਹ ਕੰਮ ਪਹਿਲਾਂ ਹੋ ਜਾਣ ਫਿਰ ਸੇਵਾ ਬਣੇਗੀ, ਫਿਰ ਪ੍ਰੇਮ ਬਣੇਗਾ। ਨਹੀਂ, ਇਸ ਤਰ੍ਹਾਂ ਪ੍ਰੇਮ ਨਹੀਂ ਹੁੰਦਾ। ਜਦੋਂ ਪ੍ਰੇਮ ਇਸ ਤਰ੍ਹਾਂ ਹੈਗਾ ਕਿ
ਪ੍ਰੇਮ ਤਾਂ ਹੋ ਜਾਂਦਾ ਹੈ, ਕੀਤਾ ਨਹੀਂ ਜਾਂਦਾ ਕਿ ਬਈ ਕਿ ਵੇਖ ਕੇ ਕਿ ਚੀਜ਼ਾਂ ਦੇਖ ਕੇ ਜਾਂ ਕੋਈ ਰੰਗ ਰੂਪ ਦੇਖ ਕੇ, ਕੋਈ ਐਸੀਆਂ ਚੀਜ਼ਾਂ ਦੇਖ ਕੇ ਤੇ ਫਿਰ ਕੀਤਾ ਜਾਏਗਾ, ਨਹੀਂ। ਉਹ ਇੱਕ ਅਵਸਥਾ ਹੋ ਰਹੀ ਹੈ, ਇਸ ਲਈ ਉਹਦੇ ਵੱਲ ਸਗੋਂ ਇਸ਼ਾਰਾ ਕਰ ਰਹੇ ਨੇ ਕਿ ਬਈ ਐਸਾ ਪ੍ਰੇਮ ਕਰੋ ਕਿ ਜਿਹੜਾ ਸਾਡਾ ਆਵਣ ਜਾਵਣ ਜਿਹੜਾ ਮੁੱਕ ਜਾਵੇ। ਹਾਂਜੀ। प्रेमी सुनो प्रेम की बात, सेवा करो प्रेम से गुर की, और दर्शन पर बल बल जात, बचन प्यारे गुर के ऐसे, जस माता सुत तोतरी बात, ਹਾਂਜੀ। जस कामी को कामन प्यारी, अस गुरमुख को गुर का गात। ਹੁਣ ਬੜਾ ਖੋਲ ਕੇ ਸਾਨੂੰ ਸਮਝਾ ਰਹੇ ਨੇ, ਕਿਉਂਕਿ ਜਿਹੜੀ ਭਾਸ਼ਾ ਅਸੀਂ ਸਮਝਦੇ ਹਾਂ, ਕਿਉਂਕਿ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਅਸੀਂ ਪ੍ਰੇਮ ਕਰਦੇ ਹਾਂ ਪਰ ਸਾਡੀ ਗੱਲ ਕਿਉਂ ਨਹੀਂ ਬਣਦੀ। ਪਰ ਪਹਿਲਾਂ ਜਿਸ ਤਰ੍ਹਾਂ ਸਤਿਗੁਰੂ ਨੇ ਫਰਮਾਇਆ ਕਿ ਸਾਚ ਕਹੋ, ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹਨੂੰ ਬਸ ਸਮਝਣ ਦੀ ਲੋੜ ਹੈ, ਉਹਦੇ ਤੋਂ ਹੋਰ ਨਹੀਂ ਕੁਛ, ਕਿ ਉਸ ਤੋਂ ਅੱਗੇ ਕੁਛ ਹੋਰ ਵੀ ਹੈਗਾ, ਉਸ ਤੋਂ ਅੱਗੇ ਕੁਛ ਨਹੀਂ ਹੈਗਾ। ਜੋ ਉਹਨਾਂ ਨੇ ਵਚਨ ਫਰਮਾ ਦਿੱਤੇ ਹੈ ਉਸ ਤੋਂ ਅੱਗੇ ਅਸੀਂ ਕੋਈ ਵੀ ਗੁੰਜਾਇਸ਼ ਨਹੀਂ ਉਹਨਾਂ ਨੇ ਛੱਡੀ। ਪਰ ਜਿਸ ਤਰ੍ਹਾਂ ਸਵਾਮੀ ਜੀ ਨੇ ਅੱਗੇ ਫਰਮਾਇਆ ਹੈ, ਉਹਨੇ ਕਿਹਾ ਕਿ ਜਿਤਨਾ ਹਿਤ ਕੁਟੰਬ ਸੇ ਉਤਨਾ ਗੁਰੂ ਸੇ ਹੋਏ, ਸਿੱਧਾ ਜਾਏ ਸਤਲੋਕ ਕੋ ਪੱਲਾ ਨਾ ਪਕੜੇ ਕੋਏ। ਹੁਣ ਹਿੱਤ ਪ੍ਰੇਮ ਜਿਹੜਾ ਹੈ ਉਹਨਾਂ ਨੇ ਸਾਫ਼ ਹੀ ਉਹਦੀ ਦੱਸ ਦਿੱਤਾ ਕਿ ਜਿਤਨਾ ਹਿਤ ਕੁਟੰਬ ਸੇ। ਹੁਣ ਸਾਨੂੰ ਸਭ ਨੂੰ ਪਤਾ ਹੈ, ਹੁਣ ਇਹਦੇ ਬਾਰੇ ਤਾਂ ਕੋਈ ਖੋਲ੍ਹ ਕੇ ਨਹੀਂ ਕੋਈ ਕਿਸੇ ਨੂੰ ਸਮਝਾਉਣ ਦੀ ਲੋੜ ਕਿ ਬੱਚਿਆਂ ਨਾਲ ਪ੍ਰੇਮ ਕਿੱਦਾਂ ਕਰਨਾ ਹੈ, ਮਾਤਾ ਪਿਤਾ ਨਾਲ ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਭੈਣ ਭਰਾ ਨਾਲ ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਸਭ ਨੂੰ ਸਾਨੂੰ ਪਤਾ ਹੈ। ਇੱਥੋਂ ਤੱਕ ਕਿ ਜਾਨਵਰਾਂ ਨੂੰ ਵੀ ਪਤਾ ਹੈ। ਇਸ ਕਰਕੇ ਇਸ ਚੀਜ਼ ਨੂੰ ਖੋਲ੍ਹ ਕੇ ਹੋਰ ਅੱਗੇ ਦੱਸ ਰਹੇ ਨੇ, ਜਿਹੜੀ ਭਾਸ਼ਾ ਅਸੀਂ ਸਮਝਦੇ ਪਏ ਹਾਂ। ਔਰ ਫਰਮਾਇਆ ਕਿ ਬਚਨ ਪਿਆਰੇ ਗੁਰ ਕੇ ਐਸੇ, ਜਸ ਮਾਤਾ ਸੁਤ ਤੋਤਰੀ ਬਾਤ। ਪਹਿਲਾਂ ਮਾਤਾ ਦੀ ਅਤੇ ਬੱਚੇ ਦੀ ਮਿਸਾਲ ਦਿੱਤੀ ਹੈ। ਬੱਚਾ ਕਈ ਵਾਰ ਤੋਤਲੀਆਂ ਗੱਲਾਂ ਕਰਦਾ, ਛੋਟਾ ਬੱਚਾ ਹੁੰਦਾ ਹੈ, ਉਹਨੂੰ ਬੋਲਣਾ ਨਹੀਂ ਆਉਂਦਾ, ਪਰ ਮਾਂ ਉਹਦੀ ਹਰ ਇੱਕ ਗੱਲ ਸਮਝਦੀ ਹੈ। ਹਜੇ ਉਹਨੂੰ ਭਾਸ਼ਾ ਦਾ ਵੀ ਗਿਆਨ ਨਹੀਂ ਹੈ। ਬੱਚਾ ਰੋਂਦਾ ਹੈ, ਉਹ ਕਹਿੰਦੀ ਇਹਦੇ ਪੇਟ 'ਚ ਦਰਦ ਹੋ ਰਹੀ ਹੈ। ਰੋਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਇਹਨੂੰ ਗਰਮੀ ਲੱਗਦੀ ਪਈ ਹੈ। ਹੋਰ ਨਹੀਂ ਕਿਸੇ ਨੂੰ ਪਤਾ ਲੱਗਦਾ, ਉਹਨੂੰ ਪਤਾ ਹੈ ਗਰਮੀ ਲੱਗਦੀ, ਉਹ ਕੱਪੜਾ ਲਾਹ ਦਿੰਦੀ ਹੈ, ਆਪਣਾ ਠੰਡ ਲੱਗਦੀ ਹੈ ਕੱਪੜਾ ਉਤਾਰ ਦਿੰਦੀ ਹੈ, ਗਰਮੀ ਲੱਗਦੀ ਹੈ ਕੋਈ ਪੱਖੀ ਝੱਲਣ ਲੱਗ ਪੈਂਦੀ ਹੈ। ਰਾਤ ਨੂੰ ਸੁੱਤੇ ਪਿਆ ਰੋਈ ਜਾਂਦਾ ਹੈ, ਮਾਂ ਕਹਿੰਦੀ ਹੈ ਨਹੀਂ ਇਹਨੇ ਗਿੱਲਾ ਕਰ ਲਿਆ ਬਿਸਤਰਾ, ਇਹਨੂੰ ਇਸ ਕਰਕੇ ਕਰਦੀ ਪਈ ਹੈ, ਭੁੱਖ ਲੱਗੀ ਹੈ। ਹੁਣ ਉਹਨੂੰ ਕਿੱਥੋਂ ਪਤਾ ਲੱਗਦਾ ਪਿਆ, ਬੱਚੇ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਕੁਛ, ਪਰ ਉਹ ਉਹਦੀ ਜਿਹੜੀ ਹੈ ਮਾਂ ਹੈ, ਇਸ ਕਰਕੇ ਉਹਨੂੰ ਸਮਝਦੀ ਹੈ। ਪਿਆਰ ਦੀ ਪ੍ਰੇਮ ਦੀ ਭਾਸ਼ਾ ਜਿਹੜੀ ਹੈ। ਹੁਣ ਇਸੇ ਤਰ੍ਹਾਂ ਹੀ ਉਹ ਜਦੋਂ ਬੋਲਣਾ ਸ਼ੁਰੂ ਕਰਦਾ ਹੈ, ਉਹਨੂੰ ਕੋਈ ਉਹਦੀ ਲਫ਼ਜ਼ ਨਹੀਂ ਕੋਈ ਬੜੇ ਕਲੀਅਰ ਨਹੀਂ ਹੁੰਦੇ ਕਿ ਉਹ ਕੀ ਕਹਿ ਰਿਹਾ, ਮੰਮੀ ਕਹਿ ਰਿਹਾ, ਪਾਪਾ ਕਹਿ ਰਿਹਾ ਹੈ, ਚਾਚੂ ਕਹਿ ਰਿਹਾ, ਤਾਊ ਕਹਿ ਰਿਹਾ ਹੈ, ਕੀ ਬੁਲਾ ਰਿਹਾ ਹੈ, ਨਮਸਤੇ, ਸਤਿ ਸ੍ਰੀ ਅਕਾਲ। ਲੇਕਿਨ ਮਾਂ ਜਿਹੜੀ ਇਹ ਕਰੀ ਜਾਂਦੀ ਆਪੇ, ਕਿਉਂਕਿ ਉਹਨੂੰ ਪ੍ਰੇਮ ਹੈ। ਕੁਛ ਵੀ ਉਹ ਬੋਲਦਾ ਹੈ, ਇਹ ਕਹਿੰਦੀ ਇਹ ਮੰਮਾ ਮੰਮਾ ਕਹਿ ਰਿਹਾ ਹੈ, ਇਹ ਆਹ ਕਹਿ ਰਿਹਾ ਹੈ। ਉਹ ਕਰਕੇ ਉਹਦੀਆਂ ਗੱਲਾਂ ਸੁਣ ਖੁਸ਼ ਹੁੰਦੀ ਹੈ, ਉਹਨੂੰ ਹਰ ਇੱਕ ਚੀਜ਼ ਦਾ ਪਤਾ ਲੱਗਦਾ। ਇਸੇ ਤਰ੍ਹਾਂ ਹੀ ਉਹਨੇ ਕਿਹਾ ਕਿ ਬਚਨ ਪਿਆਰੇ ਗੁਰ ਕੇ ਐਸੇ। ਕਈ ਵਾਰ ਅਸੀਂ ਸਤਸੰਗ ਸੁਣਦੇ ਹਾਂ, ਕਈ ਵਾਰ ਅਸੀਂ ਕਹਿੰਦੇ ਹਾਂ ਉਹ ਸਤਸੰਗ ਫਲਾਣਾ ਸਤਸੰਗ ਜਿਹੜਾ ਬਹੁਤ ਵਧੀਆ ਸੀ, ਮਤਲਬ ਕਿ ਜਿਹੜਾ ਬਹੁਤ ਵਧੀਆ ਸੀ ਅਤੇ ਬਹੁਤ ਕੋਈ ਥੋੜ੍ਹਾ ਕੋਈ ਘਟੀਆ ਹੋਏਗਾ, ਨਹੀਂ, ਸਤਸੰਗ ਤਾਂ ਸਤਸੰਗ ਹੀ ਹੈ। ਸਾਨੂੰ ਹਰ ਇੱਕ ਜਿਹੜੇ ਉਹਨਾਂ ਦੇ ਬਚਨ ਪਿਆਰੇ ਹੀ ਨੇ, ਲੇਕਿਨ ਜਦੋਂ ਸਾਡੇ ਅੰਦਰ ਥੋੜ੍ਹਾ ਜਿਹਾ ਪਿਆਰ ਹੁੰਦਾ ਹੈ, ਸਾਡੇ ਅੰਦਰ ਉਹ ਉਮੰਗ ਹੁੰਦੀ ਹੈ, ਉਦੋਂ ਸਾਡਾ ਮਨ ਲੱਗਦਾ ਹੈ, ਉਦੋਂ ਬੜਾ ਅੱਛਾ ਲੱਗਦਾ ਹੈ। ਇੱਕ ਵਾਰ ਕਿਤੇ ਗਏ ਬਾਹਰ, ਗੁਰੂ ਮਹਾਰਾਜ ਦੇ ਕੈਸਟ ਦਾ ਸਤਸੰਗ ਕਈ ਲੱਗਦਾ ਸੀ, ਅਤੇ ਮੈਨੂੰ ਯਾਦ ਹੈ ਕਿ
ਘਰ ਵਿੱਚ ਲੋਕਾਂ ਨੇ ਕੈਸਟਾਂ ਖੜਨੀਆਂ ਕਿ ਸਤਸੰਗ ਸੁਣਨ ਵਾਸਤੇ। ਇੱਕ ਵਾਰ ਉਹਨਾਂ ਨੇ ਸਤਸੰਗ ਵਾਸਤੇ ਬੁਲਾਇਆ, ਘਰ ਗਏ ਅਤੇ ਕਾਫੀ ਪੁਰਾਣੀ ਗੱਲ ਹੈ, ਅਤੇ ਉਹਨਾਂ ਦੇ ਘਰ 'ਚ ਉੱਥੇ ਜੋ ਉਹਨਾਂ ਦਾ ਕੈਸਟ ਜਾਂ ਟੇਪ ਰਿਕਾਰਡ ਜੋ ਪਿਆ ਸੀ, ਉੱਥੋਂ ਹੀ ਇੱਕ ਕੈਸਟ ਲਈ ਅਤੇ ਇੱਕ ਸਤਸੰਗ ਲਗਾ ਦਿੱਤਾ। ਪਹਿਲਾਂ ਉਹਨੂੰ ਪੁੱਛਿਆ ਕਿ ਤੁਹਾਡੇ ਕੋਈ, ਕਹਿੰਦੇ ਨਹੀਂ ਤੇ ਸਤਸੰਗ ਸੁਣੇ ਤੁਸੀਂ ਕੋਈ ਆਪਣੇ ਕੋਲੋਂ ਕੋਈ ਜਿਹੜਾ ਕੋਈ ਜੇ ਕੋਈ ਸਤਸੰਗ ਹੋਰ ਨਵਾਂ ਹੈਗਾ ਤਾਂ ਕੋਈ ਲਗਾਈਏ, ਇਹ ਤਾਂ ਅਸੀਂ ਰੋਜ਼ ਹਰ ਹਫ਼ਤੇ ਅਸੀਂ ਸਤਸੰਗ ਸੁਣਦੇ ਹਾਂ। ਚਲੋ ਠੀਕ ਹੈ, ਦੇਖਦੇ ਪਏ ਹਾਂ, ਦੇਖਦੇ ਵੈਸੇ ਇੱਕ ਸਤਸੰਗ ਉਹ 'ਚ ਕੋਈ ਕੈਸਟ ਦੀ ਆਵਾਜ਼ ਬੜੀ ਅੱਛੀ ਸੀ ਅਤੇ ਉਹ ਸਤਸੰਗ ਲਗਾ ਦਿੱਤਾ। ਸਤਸੰਗ ਲਗਾਇਆ, ਸੁਣਿਆ, ਬਹੁਤ ਵਧੀਆ। ਜਿਹੜੇ ਘਰ ਦੇ ਮੇਨ ਜਿਹੜੇ ਹੈਗੇ ਸੀ ਲੇਡੀਜ਼ ਸੀ, ਜਿਹੜੇ ਬੀਬੀ ਜਿਹੜੀ, ਉਹ ਬੜੇ ਪਿਆਰ ਦੇ ਨਾਲ ਉਹਨਾਂ ਨੇ ਜਦੋਂ ਸਤਸੰਗ ਸੁਣਿਆ, ਅਤੇ ਬਾਅਦ ਦੇ ਵਿੱਚ ਜਦੋਂ ਸਤਸੰਗ ਸਮਾਪਤੀ ਤੋਂ ਸੇਵਾਦਾਰ ਨੂੰ ਕਿਸੇ ਨੂੰ ਪੁੱਛਣ ਲੱਗੇ ਕਿ ਇਹ ਵਾਲਾ ਸਤਸੰਗ ਜਿਹੜਾ ਆ ਇਹ ਸਾਨੂੰ ਮਿਲ ਸਕਦਾ ਹੈ, ਇਹ ਜਿਹੜੀ ਕੈਸਟ ਹੈ ਬਹੁਤ ਵਧੀਆ ਸਤਸੰਗ ਸੀ, ਮਜ਼ਾ ਹੀ ਆ ਗਿਆ ਸਤਸੰਗ ਦਾ ਸੁਣ ਕੇ, ਬੜੀ ਸ਼ਾਂਤੀ ਮਿਲੀ। ਅੱਜ ਉਹ ਸੇਵਾਦਾਰ ਮੇਰੇ ਨਾਲ ਗੱਲ ਕੀਤੀ ਕਿ ਕਹਿੰਦੇ ਕਿ ਇਸ ਤਰ੍ਹਾਂ ਭਾਈ ਉਹ ਮੰਗਦੇ ਨੇ ਕਹਿੰਦੇ ਕੈਸਟ, ਅਤੇ ਸਤਸੰਗ ਕਹਿੰਦੇ ਸੀ ਕਿ ਇਹ ਵਾਲਾ ਸਾਨੂੰ ਕੋਈ ਕਾਪੀ ਕਰਵਾ ਦਿਓ ਜਾਂ ਜਿਸ ਤਰ੍ਹਾਂ। ਮੈਨੂੰ ਹੱਸ, ਮੈਂ ਉਹਨਾਂ ਨੇ ਜਦੋਂ ਮੈਨੂੰ ਮਿਲੇ ਮੈਂ ਕਿਹਾ ਇਹ ਤਾਂ ਸਤਸੰਗ ਮੈਂ ਇੱਥੋਂ ਹੀ ਤੁਹਾਡੀ ਕੈਸਟ ਤੁਹਾਡੇ ਹੀ ਇਸ ਖਾਨੇ 'ਚੋਂ ਕੱਢੀ ਹੈ। ਜਦੋਂ ਕਹਿੰਦੇ ਸਤਸੰਗ ਇਹ ਤਾਂ ਅਸੀਂ ਸਾਰੇ ਸੁਣੇ ਆ ਵੈਸੇ, ਪਰ ਇਹ ਅੱਜ ਤਾਂ ਕੋਈ ਵਚਨ ਨਵੇਂ ਹੀ ਲੱਗ ਰਹੇ ਸੀ। ਫਿਰ ਉਹਨੂੰ ਦੱਸਿਆ ਕਿ ਨਹੀਂ, ਸਤਸੰਗ ਉਹੀ ਨੇ, ਪਰ ਜਦੋਂ ਅਸੀਂ ਪ੍ਰੇਮ ਦੇ ਨਾਲ, ਉਤਸ਼ਾਹ ਦੇ ਨਾਲ ਬੈਠ ਕੇ ਅਸੀਂ ਕਰਾਂਗੇ ਤਾਂ ਸਾਨੂੰ ਇੱਕ ਇੱਕ ਚੀਜ਼ ਅੱਛੀ ਲੱਗਦੀ ਹੈ, ਸਾਡੇ ਅੰਦਰ ਤੱਕ ਜਾਂਦੀ ਹੈ। ਖਾਣਾ ਹੀ ਅਸੀਂ ਖਾਂਦੇ ਹੋਈਏ, ਭੁੱਖ ਨਾ ਹੋਵੇ, ਧਿਆਨ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ। ਕਈ ਵਾਰੀ ਘਰ ਦੇ ਵਿੱਚ ਮੰਨ ਲਓ ਮਾਂ ਨੇ ਰੋਟੀ ਪਾ ਕੇ ਦਿੱਤੀ ਅਤੇ ਫੁਲਕਾ ਖਾਂਦੇ ਜੇ ਬੱਚੇ ਨੂੰ ਪੁੱਛਦੀ ਆ ਨਾ ਕਿ ਬੇਟਾ ਠੀਕ ਹੈ ਸਬਜ਼ੀ, ਨਮਕ ਵੱਧ ਘੱਟ ਤਾਂ ਨਹੀਂ, ਬੱਚਾ ਬੇਧਿਆਨੀ ਖਾ ਰਿਹਾ, ਉਹਨੂੰ ਪਤਾ ਨਹੀਂ ਹੁੰਦਾ, ਫਿਰ ਇੱਕ ਵਾਈਟ ਲੈ ਕੇ ਕਹੇਗਾ ਹਾਂ ਨਹੀਂ ਬਹੁਤ ਸਵਾਦ, ਮੈਂ ਤੁਹਾਨੂੰ ਬਹੁਤ ਵਧੀਆ, ਕਿਉਂਕਿ ਉਹਨੂੰ ਉਨੀ ਦੇਰ ਧਿਆਨ ਨਾ ਹੋਵੇ ਉਹ ਵੀ ਨਹੀਂ ਪਤਾ ਲੱਗਦਾ। ਇਸੇ ਤਰ੍ਹਾਂ ਹੀ ਉਹਨੇ ਕਿਹਾ ਕਿ ਬਚਨ ਪਿਆਰੇ ਗੁਰ ਕੇ ਐਸੇ, ਜਦੋਂ ਪ੍ਰੇਮ ਹੋਏਗਾ ਅੰਦਰ, ਜਿਸ ਤਰ੍ਹਾਂ ਇੱਕ ਸੰਸਾਰੀ ਪ੍ਰੇਮ ਦੀ ਇੱਕ ਮਿਸਾਲ ਦਿੱਤੀ, ਜਸ ਮਾਤਾ ਸੁਤ ਤੋਤਰੀ ਬਾਤ, ਜਿਸ ਤਰ੍ਹਾਂ ਦਾ ਪ੍ਰੇਮ ਹੋਏਗਾ ਅਤੇ ਜੋ ਸਤਿਗੁਰ ਸਾਨੂੰ ਕਹਿਣਾ ਚਾਹੁੰਦੇ ਨੇ, ਜੋ ਸਮਝਾਉਣਾ ਚਾਹੁੰਦੇ ਨੇ, ਜਿੱਥੇ ਸਾਨੂੰ ਲਿਜਾਣਾ ਚਾਹੁੰਦੇ ਆ, ਜਿਹੜੀ ਮਰਜ਼ੀ ਭਾਸ਼ਾ ਹੋਵੇ, ਜੋ ਮਰਜ਼ੀ ਕਿਸੇ ਤਰ੍ਹਾਂ ਦੇ ਵਚਨ ਹੋਣ, ਪਰ ਸਾਡੇ ਸਮਝ 'ਚ ਆਉਣਗੇ, ਪਤਾ ਲੱਗੇਗਾ। ਕਿਉਂਕਿ ਜਦੋਂ ਪ੍ਰੇਮ ਅੰਦਰ ਆ ਗਿਆ ਅਤੇ ਫਿਰ ਬਈ ਉਸ ਤੋਂ ਅੱਗੇ ਤਾਂ ਫਿਰ ਕੋਈ ਹੋਰ ਕੋਈ ਚੀਜ਼ ਹੀ ਨਹੀਂ ਕੋਈ ਇਸੇ ਤਰ੍ਹਾਂ ਦੀ। ਹਾਂਜੀ ਅੱਗੇ ਜਸ ਕਾਮੀ ਕੋ ਕਾਮਨ ਪਿਆਰੀ, ਅਸ ਗੁਰਮੁਖ ਕੋ ਗੁਰ ਕਾ ਗਾਤ। ਗਾਤ ਕਹਿੰਦੇ ਨੇ ਦੇਹ ਨੂੰ। ਦੇਖੋ ਗੱਲ ਤਾਂ ਨਹੀਂ ਹੈ, ਪਹਿਲਾਂ ਹੀ ਉਹਨਾਂ ਨੇ ਕਿਹਾ ਕਿ ਉਹਦਾ ਕੋਈ ਰੂਪ ਰੰਗ ਜਿਹੜਾ ਇਸ ਤਰ੍ਹਾਂ ਦੇਹ ਦੇ ਵਿੱਚ ਤਾਂ ਨਹੀਂ ਸੰਤ ਕੋਈ ਬੱਝੇ ਕਿਸੇ ਤਰ੍ਹਾਂ ਦੇ, ਪਰ ਸਾਨੂੰ ਪਛਾਣ ਹੋਈ ਅਤੇ ਕਿਸ ਤਰ੍ਹਾਂ ਹੋਈ। ਅਸੀਂ ਘਰ ਦੇ ਵਿੱਚ ਫੋਟੋਆਂ ਲਗਾਈਆਂ ਹੁੰਦੀਆਂ ਨੇ, ਚਾਹੇ ਉਹ ਗੁਰੂ ਨਾਨਕ ਸਾਹਿਬ ਜੀ ਦੀ ਹੈ, ਚਾਹੇ ਉਹ ਕ੍ਰਿਸ਼ਨ ਜੀ ਦੀ ਹੈ, ਰਾਮ ਜੀ ਦੀ ਹੈ, ਕਿਸੇ ਦੀ ਵੀ ਹੈ, ਕੋਈ ਨਾ ਕੋਈ ਰੂਪ ਸਾਡੇ ਸਾਹਮਣੇ ਆਇਆ, ਕੋਈ ਉਹਨਾਂ ਦੇ ਅਸੀਂ ਗੁਣ ਜਾਣੇ, ਅਸੀਂ ਉਹਨਾਂ ਨੇ ਦੇਖਿਆ, ਮਿਲੇ, ਅਤੇ ਸਾਨੂੰ ਕੋਈ ਉਹਨਾਂ ਦੇ ਬਾਰੇ ਸੁਣਿਆ ਅਤੇ ਫਿਰ ਹੀ ਪਤਾ ਚੱਲਿਆ। ਹੁਣ ਪਿੱਛੇ ਇਤਿਹਾਸ ਪੜ੍ਹ ਕੇ ਜਦੋਂ ਅਸੀਂ ਦੇਖਦੇ ਹਾਂ ਅਤੇ ਦੇਖਦੇ ਹਾਂ ਕਿ ਜਦੋਂ ਵੀ ਉਹ ਸੰਤ ਮਹਾਤਮਾ ਆਏ, ਕਿੰਨਾ ਕੁ ਲੋਕਾਂ ਨੇ ਉਹਨਾਂ ਨੂੰ ਮੰਨਿਆ, ਕਿੰਨੇ ਕੁ ਲੋਕਾਂ ਨੇ ਉਹਨਾਂ ਦਾ ਰਸਤੇ ਨੂੰ ਅਪਣਾਇਆ। ਉਸ ਟਾਈਮ ਦੇ ਉੱਤੇ ਤਾਂ ਕਿਸੇ ਨੇ ਭੂਤਨਾ ਕਰਾਈਆ ਕਿਹਾ, ਕਿਸੇ ਨੇ ਉਹਨਾਂ ਨੂੰ ਤੱਤੀਆਂ ਲੋਹਾਂ 'ਤੇ ਬਿਠਾ ਦਿੱਤਾ, ਕਿਸੇ ਨੇ ਉਹਨਾਂ ਦਾ ਸ਼ੀਸ਼ ਲੈ ਲਿਆ, ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਹੁਣ ਜਦੋਂ ਉਸ ਸੰਤ ਮਹਾਤਮਾ ਜਦੋਂ ਦੇਹ ਛੱਡ ਗਏ, ਦੇਹ ਨੂੰ ਤਿਆਗ ਕਰ ਗਏ, ਫਿਰ ਅਸੀਂ ਉਹਨਾਂ ਦੀਆਂ ਫੋਟੋਆਂ ਬਣਾ ਕੇ ਉਹਨਾਂ ਦੀਆਂ ਚੀਜ਼ਾਂ ਅਸੀਂ ਪੂਜਣਾ ਸ਼ੁਰੂ ਕਰ ਦਿੱਤਾ। ਗੱਲ ਤਾਂ ਉਹ ਬਣੀ ਨਾ, ਜਿੱਥੇ ਪ੍ਰੇਮ ਚਾਹੀਦਾ ਸੀ, ਜਿੰਨਾ ਪ੍ਰੇਮ ਉਸ ਵੇਲੇ ਚਾਹੀਦਾ ਸੀ ਸਾਨੂੰ, ਉਹ ਗੱਲ ਨਹੀਂ ਬਣੀ। ਹੁਣ ਉਹੀ ਸਾਨੂੰ ਫਿਰ ਬੜਾ ਕਲੀਅਰ ਕਰ ਰਹੇ ਨੇ, ਫਰਮਾਉਂਦੇ ਨੇ ਜਸ ਕਾਮੀ ਕੋ ਕਾਮਨ ਪਿਆਰੀ। ਇੱਕ ਸੰਸਾਰੀ ਪਿਆਰ ਪ੍ਰੇਮ ਦੀਆਂ ਫਿਰ ਉਹੀ ਉਦਾਹਰਨਾਂ ਦੇ ਰਹੇ ਨੇ ਕਿ ਜਿਸ ਤਰ੍ਹਾਂ ਇੱਕ ਪੁਰਸ਼ ਨੂੰ ਇਸਤਰੀ ਦੇ ਨਾਲ ਪ੍ਰੇਮ ਹੁੰਦਾ ਹੈ, ਇਸਤਰੀ ਦੇ ਨਾਲ ਕਹਿੰਦਾ ਉਹਦੇ ਅਲੱਗ-ਅਲੱਗ, ਜਿਸ ਤਰ੍ਹਾਂ ਆਪਾਂ ਟਾਈਮ ਦੇ ਉੱਤੇ ਅਲੱਗ-ਅਲੱਗ ਬਜਟ ਕਈ ਵਾਰੀ ਸੁਣੇ ਨੇ ਕਿ ਬਾਹਰ ਸਾਡੇ ਕਈ ਤਰ੍ਹਾਂ ਦੇ ਪ੍ਰੇਮ ਨੇ, ਪਰ ਜਿਹੜਾ ਹੁਣ ਕਾਮਨ ਦਾ ਨਾਮ ਲਿਆ ਹੈ ਇਸਤਰੀ ਅਤੇ ਪੁਰਸ਼ ਦਾ, ਕਿ ਜਿਸ ਤਰ੍ਹਾਂ ਉਹਨੂੰ ਉਹਦੀ ਦੇਹ ਦੇ ਨਾਲ ਪਿਆਰ ਹੁੰਦਾ ਹੈ, ਉਹਦੇ ਨਾਲ ਜਿਹੜਾ ਹੈ ਹਮੇਸ਼ਾ ਹੀ ਬੱਝਾ ਰਹਿੰਦਾ, ਜਿੱਥੇ ਮਰਜ਼ੀ ਹੋਵੇ ਉਹਦੇ ਮਨ ਦੇ ਅੰਦਰ ਇੱਕੋ ਹੀ ਤਸਵੀਰ ਘੁੰਮਦੀ ਰਹਿੰਦੀ ਹੈ, ਹਰ ਵੇਲੇ ਧਿਆਨ ਉਹਦਾ ਉੱਥੇ ਹੀ ਬੱਝਾ ਰਹਿੰਦਾ ਹੈ। ਕਹਿੰਦੇ ਅਸ ਗੁਰਮੁਖ ਕੋ ਗੁਰੂ ਕਾ ਗਾਤ, ਕਹਿੰਦੇ ਜਿਹੜਾ ਗੁਰਮੁਖ ਆ ਉਹਨੂੰ ਆਪਣੇ ਗੁਰੂ ਦੇ ਨਾਲ ਇਸ ਤਰ੍ਹਾਂ ਦਾ ਹੀ ਪਿਆਰ ਚਾਹੀਦਾ ਹੈ। ਜਿੱਥੇ ਮਰਜ਼ੀ ਹੋਵੇ, ਅਸੀਂ ਬਾਹਰ ਘੁੰਮਦੇ ਫਿਰਦੇ ਹੋਈਏ, ਅਸੀਂ ਕਿਤੇ ਹੋਈਏ, ਸਾਨੂੰ ਘਰ ਦੇ ਵਿੱਚ ਸਾਡਾ ਧਿਆਨ ਜਿਹੜਾ ਬੱਝਾ ਰਹਿੰਦਾ ਹੈ, ਧਿਆਨ ਕਰਕੇ ਅਸੀਂ ਘਰ ਦੇ ਵਿੱਚ ਹੀ ਰਹਿੰਦੇ ਹਾਂ।
ਹੋਰ ਤਾਂ ਛੱਡੋ, ਆਪਾਂ ਕਈ ਵਾਰੀ ਸੁਣਿਆ ਕਿ ਮਰ ਕੇ ਵੀ ਲੋਕ ਜਿਹੜੇ ਇੱਥੋਂ ਨਹੀਂ ਘਰਾਂ ਚੋਂ ਨਿਕਲਦੇ। ਇੰਨੀ ਜ਼ਿਆਦਾ ਪਕੜ, ਇੰਨਾ ਜ਼ਿਆਦਾ ਕਹਿੰਦੇ ਜਹਾਂ ਆਸਾ ਤਹਾਂ ਵਾਸਾ, ਇੰਨੀ ਜ਼ਿਆਦਾ ਪਕੜ ਹੁੰਦੀ ਹੈ ਕਿ ਘੁੰਮ ਘੁੰਮ ਕੇ ਫਿਰ ਉੱਥੇ ਹੀ ਆਈ ਜਾਂਦੇ ਨੇ। ਹੁਣ ਸਤਿਗੁਰੂ ਕੀ ਫਰਮਾਉਂਦੇ ਨੇ ਕਿ ਅਸ ਗੁਰਮੁਖ ਕੋ ਗੁਰੂ ਕਾ ਗਾਤ, ਕਿ ਗੁਰਮੁਖ ਜਿਹੜਾ ਵਾ ਉਹਨੂੰ ਆਪਣੇ ਗੁਰੂ ਦੇ ਨਾਲ ਇੰਨਾ ਪ੍ਰੇਮ ਚਾਹੀਦਾ ਹੈ ਕਿ ਬਈ ਹਰ ਵੇਲੇ ਜਿਹੜਾ ਆ ਉਹਦਾ ਧਿਆਨ ਜਿਹੜਾ ਹੈ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਲੱਗਾ ਰਹੇ। ਹਾਂਜੀ। ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰ ਨਾ ਜਾਤ ਖਟਕਤ ਰਹੇ ਵਾਲ ਜਿਉ ਹੀਰੇ ਦਰਦੀ ਕੇ ਜਿਉ ਦਰਦ ਸਮਾਤ। ਹੁਣ ਗੱਲ ਸ਼ੁਰੂ ਹੋਈ ਸੀ ਪ੍ਰੇਮ ਤੋਂ। ਹੁਣ ਜਿਹੜਾ ਸੰਸਾਰੀ ਪ੍ਰੇਮ ਹੀ ਹੈ, ਜਿਸ ਤਰ੍ਹਾਂ ਨੇ ਕਿਹਾ ਕਿ ਜਿਤਨਾ ਹੇਤ ਕੁਟੰਬ ਸੇ, ਹੁਣ ਪ੍ਰੇਮ ਦੀ ਗੱਲ ਚੱਲ ਰਹੀ ਹੈ। ਅਤੇ ਇਹ ਜਿਹੜਾ ਜਿਸ ਤਰ੍ਹਾਂ ਸੰਸਾਰੀ ਪ੍ਰੇਮ ਹੈ, ਹੁਣ ਅਸੀਂ ਖਾਂਦੇ ਪੀਂਦੇ ਵੀ ਹਾਂ, ਅਸੀਂ ਕੰਮ ਵੀ ਕਰਦੇ ਹਾਂ, ਅਸੀਂ ਘੁੰਮਣ ਫਿਰਨ ਵੀ ਜਾਂਦੇ ਹਾਂ, ਪਰ ਕਦੀ ਅਸੀਂ ਆਪਣੇ ਜਿੱਥੇ ਵੀ ਸਾਡਾ ਜੋ ਪਿਆਰ ਹੁੰਦਾ ਅਸੀਂ ਉਹਨੂੰ ਕਦੀ ਭੁੱਲਦੇ ਹਾਂ? ਜੋ ਮਰਜ਼ੀ ਹੋਈਏ, ਖੁਸ਼ੀ 'ਚ ਹੋਈਏ, ਗਮੀ 'ਚ ਹੋਈਏ, ਪਰ ਸਾਨੂੰ ਭੁੱਲਦੇ ਨਹੀਂ ਕਦੀ ਉਹ। ਲੇਕਿਨ ਜਿਹਨੂੰ ਅਸੀਂ ਪ੍ਰਭੂ ਕਹਿੰਦੇ ਹਾਂ, ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ, ਜਿਸ ਨੂੰ ਅਸੀਂ ਸਤਿਗੁਰ ਕਹਿੰਦੇ ਹਾਂ, ਉਹਨੂੰ ਅਸੀਂ ਮਿੰਟ ਮਿੰਟ 'ਤੇ ਭੁੱਲ ਜਾਂਦੇ ਹਾਂ। ਖੁਸ਼ੀ ਦੇ ਵਿੱਚ ਵੀ ਭੁੱਲ ਜਾਂਦੇ ਹਾਂ, ਗਮੀ ਦੇ ਵਿੱਚ ਵੀ ਭੁੱਲ ਜਾਂਦੇ ਹਾਂ, ਖਾਂਦਿਆਂ ਪੀਂਦਿਆਂ ਵੀ ਭੁੱਲ ਜਾਂਦੇ ਹਾਂ, ਹਰ ਤਰ੍ਹਾਂ ਭੁੱਲ ਜਾਂਦੇ ਹਾਂ। ਅਤੇ ਇਸ ਕਰਕੇ ਸਾਨੂੰ ਕਹਿੰਦੇ ਕਿ ਇਹ ਕਿਸ ਤਰ੍ਹਾਂ ਦਾ ਪ੍ਰੇਮ ਹੈ। ਜੇ ਸੰਸਾਰੀ ਪ੍ਰੇਮ ਸਾਨੂੰ ਇੰਨੀ ਉਹ ਕਰਦਾ ਹੈ, ਖਿੱਚ ਕੇ ਰੱਖਦਾ ਹੈ, ਅਤੇ ਬਈ ਜੇ ਗੁਰੂ ਨਾਲ ਵਾਕਈ ਹੀ ਪ੍ਰੇਮ ਹੋਏਗਾ ਨਾ, ਤਾਂ ਫਿਰ ਉਹ ਇੱਕ ਅਲੱਗ ਹੀ ਇੱਕ ਮੰਜ਼ਰ ਹੋਏਗਾ। ਫਿਰ ਇਹਨਾਂ ਚੀਜ਼ਾਂ ਤੋਂ, ਦੁੱਖਾਂ ਸੁੱਖਾਂ ਤੋਂ ਬਹੁਤ ਉੱਪਰ ਸਾਨੂੰ ਲੈ ਕੇ ਜਾਏਗਾ। ਫਿਰ ਮਾਣ ਅਪਮਾਨ ਕੋਈ ਵੀ ਚੀਜ਼ ਸਾਨੂੰ ਕੋਈ ਛੋਹ ਨਹੀਂ ਸਕਦੀ। ਉਹਨਾਂ ਫਰਮਾਇਆ ਹੈ ਕਿ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ ਖਟਕਤ ਰਹੇ ਬਾਲ ਜਿਉਂ ਹੇਰੇ ਜਿਉਂ ਦਰਦੀ ਕੇ ਦਰਦ ਸਮਾਤ। ਕਹਿੰਦੇ ਕਿ ਜਿਸ ਤਰ੍ਹਾਂ ਹੁਣ ਕੋਈ ਜੰਗ ਦੇ ਵਿੱਚ ਕੋਈ ਸੂਰਮਾ ਜਦੋਂ ਲੜਦਾ ਹੋਵੇ ਅਤੇ ਉਹਦੇ ਕਹਿੰਦੇ ਛਾਤੀ ਦੇ ਵਿੱਚ ਤੀਰ ਜਾਂ ਭਾਲਾ ਵੱਜ ਜਾਂਦਾ ਹੈ। ਹੁਣ ਭਾਲਾ ਵੱਜ ਗਿਆ ਅਤੇ ਉਹ ਇੱਕ ਜ਼ਖਮ ਹੋ ਗਿਆ ਉਹਦੇ ਅੰਦਰ, ਅਤੇ ਉਹਨੂੰ ਉਹਦੀ ਦਰਦ ਹੋ ਰਹੀ ਹੈ, ਦਰਦ ਹੋ ਰਹੀ ਹੈ। ਹੁਣ ਉਹਨੂੰ ਦਰਦ ਹੋ ਰਹੀ ਹੋਵੇ ਅਤੇ ਅਸੀਂ ਕਹੀਏ ਕਿ ਲਿਆ ਜੀ ਤੇਰੇ ਅੱਜ ਮਨਪਸੰਦ ਦਾ ਖਾਣਾ ਬਣਾਇਆ, ਲਾ ਫੜ ਖਾਣਾ ਖਾ ਲਾ ਤੂੰ, ਤੇਰੇ ਮਨਪਸੰਦ ਦੀ ਅੱਜ ਫਿਲਮ ਆ ਰਹੀ ਆ, ਤੈਨੂੰ ਫਿਲਮ ਵਿਖਾਈਏ, ਅਸੀਂ ਘੁੰਮਣ ਜਾ ਰਹੇ ਹਾਂ ਤੇਰੀ ਮਨਪਸੰਦ ਜਗ੍ਹਾ 'ਤੇ, ਆ ਤੈਨੂੰ ਘੁਮਾ ਲਿਆਈਏ, ਅਤੇ ਕੀ ਉਹ ਸਾਡੀ ਉਸ ਚੀਜ਼ ਨੂੰ ਮਨਜ਼ੂਰ ਕਰੇਗਾ? ਕਿਉਂ ਨਹੀਂ? ਕਿਉਂਕਿ ਦਰਦੀ ਕਿਉਂ ਜੋ ਦਰਦ ਸਮਾਤ, ਉਹਨੂੰ ਤਾਂ ਦਰਦ ਆਪਣੀ ਅਸੀਂ ਸੰਸਾਰੀ ਤੌਰ 'ਤੇ ਦੇਖ ਲਈਏ, ਕਿਸੇ ਦੇ ਕੋਈ ਪੇਟ ਦਰਦ ਹੋ ਰਹੀ ਹੋਵੇ, ਕਿਸੇ ਦੇ ਕੋਈ ਦਾੜ੍ਹ ਦਰਦ ਹੋ ਰਹੀ ਹੋਵੇ, ਜਿੰਨੀ ਮਰਜ਼ੀ ਸਵਾਦ ਚੀਜ਼ ਸਾਡੇ ਮਨ ਮਰਜ਼ੀ ਦੀ ਬਣੀ ਹੋਵੇ, ਸਾਨੂੰ ਕੋਈ ਤਰਲੇ ਮਾਰੇ ਅਸੀਂ ਕਹਿੰਦੇ ਨਾ ਨਾ ਲੈ ਜਾ ਇਹਨੂੰ ਬਸ, ਕਿਉਂਕਿ ਧਿਆਨ ਜਿਹੜਾ ਸਾਰਾ ਦਰਦ ਨੇ ਖਿੱਚਿਆ ਪਿਆ। ਕੋਈ ਸਵਾਦ ਨਹੀਂ ਆਉਂਦਾ, ਕੋਈ ਮਜ਼ਾ ਨਹੀਂ ਆਉਂਦਾ ਉਸ ਚੀਜ਼ ਦੇ ਵਿੱਚ। ਹੁਣ ਜਿਨ੍ਹਾਂ ਸੰਤਾਂ ਮਹਾਤਮਾ ਦਾ ਉੱਥੇ ਉਹ ਜਿਹੜਾ ਅਵਸਥਾ ਬਣ ਗਈ, ਉਹਨਾਂ ਨੂੰ ਸੰਸਾਰ 'ਚ ਕੁਛ ਨਹੀਂ ਚੰਗਾ ਲੱਗਾ। ਫਿਰ ਉਹ ਸੰਸਾਰ, ਅਸੀਂ ਕਹਿੰਦੇ ਨਾ ਅਸੀਂ ਸੰਸਾਰ ਛੱਡਣਾ ਤਾਂ ਚਾਹੁੰਦੇ ਹਾਂ, ਛੱਡਿਆ ਨਹੀਂ ਜਾਂਦਾ, ਕਿਉਂਕਿ ਸਾਨੂੰ ਉਸ ਤੋਂ ਵੱਡਾ ਕੋਈ ਉਹ ਜਿਹੜਾ ਸਵਾਦ ਸੀ, ਜੋ ਪ੍ਰੇਮ ਜਿਹੜਾ ਸੀ, ਜਾਂ ਉਹ ਚੀਜ਼ ਮਿਲੀ ਹੀ ਨਹੀਂ। ਜਿਸ ਦਿਨ ਉਹ ਸਾਨੂੰ ਹਾਸਲ ਹੋ ਗਈ, ਇਹ ਆਪਣੇ ਆਪ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ। ਇਹ ਚੀਜ਼ਾਂ ਜਿੰਨੇ ਵੀ ਬਾਹਰਲੇ ਸਵਾਦ ਨੇ, ਇਹ ਆਪਣੇ ਆਪ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ। ਇਸ ਕਰਕੇ ਉਹਨੇ ਫਰਮਾਇਆ ਕਿ ਖਟਕਤ ਰਹੇ ਬਾਲ ਜਿਉਂ ਹੀਰੇ ਜਿਉਂ ਦਰਦੀ ਕੇ ਦਰਦ ਸਮਾਤ। ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਦਰਦ ਹੋ ਰਹੀ ਹੋਵੇ ਅਤੇ ਕੋਈ ਚੀਜ਼ ਨਹੀਂ ਸੁੱਝਦੀ, ਇਸੇ ਤਰ੍ਹਾਂ ਹਰ ਵੇਲੇ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ। ਕਹਿੰਦੇ ਅਵਸਥਾਵਾਂ ਬਦਲਦੀਆਂ ਨੇ, ਠੀਕ ਹੈ, ਦਿਨ ਆਉਣਾ ਹੈ, ਰਾਤ ਆਉਣੀ ਹੈ, ਘੁੰਮਣ ਫਿਰਨ ਵੀ ਜਾਣਾ, ਖੁਸ਼ੀ 'ਚ ਵੀ ਜਾਣਾ, ਗਮੀ 'ਚ ਵੀ ਜਾਣਾ ਹੈ, ਪਰ ਬਈ ਹੱਥ ਕਾਰ ਵੱਲ, ਚਿੱਤ ਯਾਰ ਵੱਲ, ਚਿੱਤ ਕਰਕੇ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਲੱਗਾ ਰਹੇ। ਹਾਂਜੀ। ਐਸੀ ਲਗਨ ਗੁਰੂ ਸੰਗ ਜਾਂ ਕੀ ਵੈ ਗੁਰਮੁਖ ਪਰਮਾਰਥ ਪਾਤ ਜਬ ਲਗ ਗੁਰ ਪਿਆਰੇ ਨਹੀਂ ਐਸੇ
ਤਬ ਲਗ ਹਿਰਸੀ ਜਾਨੋ ਜਾਤ। ਹੁਣ ਦੇਖੋ ਇਸ ਤੋਂ ਅੱਗੇ ਕੋਈ ਸਵਾਲ ਰਹਿ ਹੀ ਨਹੀਂ ਗਿਆ। ਜੇ ਆਪਣੇ ਅੰਦਰ ਝਾਤੀ ਮਾਰਾਂਗੇ ਤਾਂ ਸਾਡੇ ਹਰ ਇੱਕ ਦਾ ਸਵਾਲ ਦਾ ਜਵਾਬ ਜਿਹੜਾ ਉਹਨਾਂ ਨੇ ਦੇ ਦਿੱਤਾ। ਚਾਹੇ ਅਸੀਂ ਸੰਸਾਰੀ ਕੋਈ ਬੇਨਤੀ ਕਰਦੇ ਹਾਂ, ਚਾਹੇ ਪਰਮਾਰਥ ਵਾਸਤੇ ਕਰਦੇ ਹਾਂ, ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਅਸੀਂ ਕੋਈ ਚੀਜ਼ ਚਾਹੁੰਦੇ ਹਾਂ, ਹਰ ਤਰ੍ਹਾਂ ਦੇ ਪ੍ਰਸ਼ਾਦ ਵਾਸਤੇ ਉਹਨਾਂ ਨੇ ਇੱਕੋ ਹੀ ਗੱਲ ਕਰ ਦਿੱਤੀ ਹੈ, ਸਾਫ਼ ਕਲੀਅਰ ਕਰ ਦਿੱਤਾ, ਐਸੀ ਲਗਨ ਗੁਰੂ ਸੰਗ ਜਾ ਕੀ ਵਹਿ ਗੁਰਮੁਖ ਪਰਮਾਰਥ ਪਾ। ਕਹਿੰਦੇ ਜਦੋਂ ਤੱਕ ਐਸੀ ਲਗਨ ਨਹੀਂ ਲੱਗੇਗੀ। ਕਿਹੜੀ ਲਗਨ? ਪਿੱਛੇ ਸਭ ਕੁਝ ਦੱਸ ਕੇ ਆਏ ਨੇ ਕਿ ਜਸ ਕਾਮੀ ਕੋ ਕਾਮਨ ਪਿਆਰੀ, ਅਸ ਗੁਰਮੁਖ ਕੋ ਗੁਰੂ ਕਾ ਗਾਤ, ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰ ਨਾ ਜਾਤ। ਜਸ ਕਾਮੀ ਕੋ ਕਾਮਨ ਪਿਆਰੀ, ਅਸ ਗੁਰਮੁਖ ਕੋ ਗੁਰੂ ਕਾ ਗਾਤ। ਹਰ ਚੀਜ਼ ਜਿਹੜੀ ਕਲੀਅਰ ਕਰ ਦਿੱਤੀ ਕਿ ਬਈ ਪ੍ਰੇਮ ਬਾਰੇ ਅਸੀਂ ਕਈ ਕਹਿੰਦੇ ਹਾਂ ਕਿ ਠੀਕ ਹੈ ਜੀ, ਉਹ ਪ੍ਰੇਮ ਤੇ ਅਸੀਂ ਸਾਨੂੰ ਕਿੱਥੋਂ ਪਤਾ ਲੱਗੇਗਾ। ਇਸ ਕਰਕੇ ਸਾਡੇ ਹੀ ਜੋ ਸੰਸਾਰ 'ਚ ਜੋ ਅਸੀਂ ਜਿਹੜੀਆਂ ਚੀਜ਼ਾਂ ਨੂੰ ਵਰਤਦੇ ਪਏ ਹਾਂ, ਜਿਸ ਚੀਜ਼ਾਂ 'ਚ ਅਸੀਂ ਵਿਚਰਦੇ ਪਏ ਹਾਂ, ਉਹਦੀ ਹੀ ਉਦਾਹਰਨ ਦੇ ਕੇ ਕਹਿ ਰਹੇ ਨੇ ਕਿ ਬਈ ਇਸੇ ਤਰ੍ਹਾਂ ਦਾ ਪ੍ਰੇਮ ਜਦੋਂ ਗੁਰੂ ਦੇ ਨਾਲ ਸਾਡਾ ਹੋ ਗਿਆ ਤੇ ਬਈ ਫਿਰ ਸਾਰੀਆਂ ਚੀਜ਼ਾਂ ਹੀ ਮਿਲ ਜਾਣਗੀਆਂ। ਜੇ ਅਸੀਂ ਗੁਰੂ ਨੂੰ ਪ੍ਰੇਮ ਕੀਤਾ ਸੰਸਾਰੀ ਚੀਜ਼ਾਂ ਵਾਸਤੇ, ਕਿਸੇ ਨੇ ਪ੍ਰੇਮ ਕੀਤਾ ਮੇਰਾ ਕੰਮ ਨਹੀਂ ਚੱਲਦਾ ਤੇ ਬਈ ਮੈਂ ਗੁਰੂ ਦੇ ਇੰਨੇ ਐਤਵਾਰ ਜਾਵਾਂਗਾ ਮੇਰਾ ਕੰਮ ਚੱਲ ਪਵੇ, ਮੈਂ ਇੰਨੀਆਂ ਸੰਗਰਾਂਦਾਂ ਜਾਵਾਂਗਾ ਮੇਰਾ ਆਹ ਕੰਮ ਹੋ ਜਾਵੇ, ਮੇਰੇ ਘਰ ਬੱਚਾ ਨਹੀਂ ਹੈਗਾ ਤੇ ਮੈਂ ਇੰਨੇ ਆ ਇਸ਼ਨਾਨ ਕਰ ਲਵਾਂ ਮੇਰੇ ਬੱਚਾ ਮਿਲ ਜਾਵੇ, ਮੇਰੇ ਬੱਚੇ ਦੀ ਸ਼ਾਦੀ ਹੋ ਜਾਵੇ, ਅੱਛਾ ਘਰ-ਬਾਰ ਮਿਲ ਜਾਵੇ, ਮੈਂ ਆਹ ਕਰਾਂਗਾ। ਇਹ ਤਾਂ ਸੌਦੇਬਾਜ਼ੀ ਹੋ ਰਹੀ, ਪ੍ਰੇਮ ਥੋੜ੍ਹਾ ਹੋਇਆ। ਇਹ ਸੌਦੇਬਾਜ਼ੀ ਨਾਲ ਤਾਂ ਸੰਸਾਰ ਨਹੀਂ ਚੱਲਦਾ ਹੈਗਾ। ਅਤੇ ਜਿਹਨੂੰ ਅਸੀਂ ਰੂਹਾਨੀਅਤ ਕਹਿ ਰਹੇ ਹਾਂ, ਪਰਮਾਰਥ ਕਹਿ ਰਹੇ ਹਾਂ, ਉਹ ਕਿਸ ਤਰ੍ਹਾਂ ਚੱਲੇਗਾ? ਸੰਸਾਰ 'ਚ ਕਿਸੇ ਨੂੰ ਪਤਾ ਲੱਗੇ, ਇੰਨੀ ਚੀਜ਼ ਹੋਵੇ ਕਿ ਇਹਦਾ ਨਾਤਾ ਤਾਂ ਉਦੋਂ ਤੱਕ ਹੀ ਹੈ ਜਦੋਂ ਤੱਕ ਇਹਨੂੰ ਆਹ ਮਤਲਬ ਹੈ। ਸਾਡੇ ਨਾਲ ਹੀ ਅਸੀਂ ਆਪਣੇ ਨਾਲ ਹੀ ਸੋਚ ਲਈਏ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਕੋਈ ਦੋਸਤ, ਸਾਡਾ ਕੋਈ ਰਿਸ਼ਤੇਦਾਰ, ਸਾਡਾ ਕੋਈ ਮਿੱਤਰ ਸਾਡੇ ਨਾਲ ਇਸ ਚੀਜ਼ ਕਰਕੇ ਚੱਲ ਰਿਹਾ, ਬਸ ਸਾਡਾ ਵੀ ਉਹ ਪ੍ਰੇਮ ਨਹੀਂ ਬਣਦਾ ਕਦੇ। ਹੁਣ ਸੰਸਾਰ ਨੂੰ ਤਾਂ ਫਿਰ ਵੀ ਅਸੀਂ ਧੋਖਾ ਦੇ ਲਵਾਂਗੇ। ਹੁਣ ਉਸ ਪਰਮਾਤਮਾ ਪਰਮੇਸ਼ਵਰ ਜਿਹਨੂੰ ਅਸੀਂ ਵਾਹਿਗੁਰੂ ਕਹਿ ਰਹੇ, ਗੁਰੂ ਕਹਿ ਰਹੇ ਹਾਂ, ਚਾਹੇ ਸਾਡਾ ਉਹਨਾਂ ਵਿਸ਼ਵਾਸ ਭਾਵ ਹੈਗਾ ਨਹੀਂ ਹੈਗਾ, ਪਰ ਬਈ ਗੁਰੂ ਤਾਂ ਪਰਮੇਸ਼ਵਰ ਹੀ ਹੈ। ਉਹਨਾਂ ਨੇ ਕਿਹਾ ਕਿ ਗੁਰੂ ਪਰਮੇਸ਼ਵਰ ਇੱਕ ਹੋ ਜਾਣ। ਜੇ ਅਸੀਂ ਭੇਦ ਰੱਖ ਰਹੇ ਹਾਂ ਫਿਰ ਗੱਲ ਨਹੀਂ ਬਣਨੀ। ਧੋਖਾ ਦੇਤ ਰਹਾ ਮਨ ਭਾਜੀ, ਇਹ ਧੋਖਾ ਮਨ ਦਿੰਦਾ ਰਹਿੰਦਾ ਹੈ, ਪਰ ਇਹ ਜਦੋਂ ਤੱਕ ਇਹਨੂੰ ਧਿਆਨ 'ਚ ਨਹੀਂ ਇਹ ਗੱਲ ਆਏਗੀ ਉਦੋਂ ਤੱਕ ਗੱਲ ਨਹੀਂ ਬਣਨੀ। ਇਸ ਕਰਕੇ ਉਹਨੇ ਫਰਮਾਇਆ ਕਿ ਐਸੀ ਲਗਨ ਗੁਰੂ ਸੰਗ ਜਾ ਕੀ ਵਹਿ ਗੁਰਮੁਖ ਪਰਮਾਰਥ ਪਾਤ, ਜਬ ਲਗ ਗੁਰੂ ਪਿਆਰੇ ਨਹੀਂ ਐਸੇ ਤਬ ਲਗ ਹਿਰਸੀ ਜਾਨੋ ਜਾਤ। ਨਾਲ ਕਲੀਅਰ ਵੀ ਕਰ ਦਿੱਤਾ ਕਿ ਜਦੋਂ ਤੱਕ ਐਸੀ ਅਵਸਥਾ ਨਹੀਂ ਬਣੀ, ਜਦੋਂ ਤੱਕ ਐਸਾ ਪਿਆਰ ਗੁਰੂ ਨਾਲ ਨਹੀਂ ਬਣਿਆ, ਜਦੋਂ ਤੱਕ ਗੁਰੂ ਨਾਲ ਐਸਾ ਜਿਹੜਾ ਪਿਆਰ ਆ ਐਸੀ ਦਸ਼ਾ ਨਹੀਂ ਬਣੀ, ਕਹਿੰਦੇ ਤਬ ਲਗ ਹਿਰਸੀ ਜਾਨੋ ਜਾਤ। ਕਹਿੰਦੇ ਉਦੋਂ ਤੱਕ ਇਹ ਹਿਰਸ ਜਿਹੜੀ ਖਤਮ ਨਹੀਂ ਹੋਣੀ ਹੈਗੀ। ਚਾਹੇ ਗੁਰੂ ਇਹਨੂੰ ਸਾਰਾ ਸੰਸਾਰ ਦੀ ਦੌਲਤ ਦੇ ਦੇਵੇ, ਇਹਦੇ ਰਿਸ਼ਤੇ ਨਾਤੇ ਪਰਿਵਾਰ ਜਿਹੜਾ ਹੈ ਭਾਵੇਂ ਜਿੰਨਾ ਮਰਜ਼ੀ ਵੱਧ ਫੁੱਲ ਜਾਵੇ, ਲੇਕਿਨ ਇਹਦੇ ਅੰਦਰ ਸ਼ਾਂਤੀ ਨਹੀਂ ਆਉਣੀ ਹੈਗੀ। ਸੋਚ ਕੇ ਦੇਖੀਏ ਕਿ ਕਦੋਂ ਦਾ ਜਨਮ ਲਿਆ ਅਤੇ ਕੀ ਗੁਰੂ ਨੇ ਕੁਛ ਨਹੀਂ ਦਿੱਤਾ? ਆਪਣੇ ਅੰਦਰ ਹੀ ਝਾਤੀ ਮਾਰ ਕੇ ਦੇਖੀਏ, ਕਈ ਵਾਰ ਅਸੀਂ ਬੇਨਤੀਆਂ ਕੀਤੀਆਂ ਹੋਣਗੀਆਂ, ਪਰ ਉਹ ਸਤਿਗੁਰ ਚਾਹੇ ਅਸੀਂ ਉਹਦੇ ਲਾਇਕ ਹੈਗੇ ਸੀ ਨਹੀਂ ਸੀ ਹੈਗੇ, ਸਾਡੇ ਕਰਮ ਦੇ ਵਿੱਚ ਉਹ ਲੇਖ ਹੈਗਾ ਸੀ ਨਹੀਂ ਹੈਗਾ, ਪਰ ਸਭ ਕੁਛ ਉਹਨਾਂ ਨੇ ਕੀਤਾ। ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਪੁਕਾਰਿਆ ਉੱਥੇ ਪਹੁੰਚੇ, ਲੇਕਿਨ ਸਾਡਾ ਵਿਸ਼ਵਾਸ ਫਿਰ ਉੱਥੇ ਦਾ ਪ੍ਰੇਮ, ਸਾਡਾ ਪ੍ਰੇਮ ਫਿਰ ਸੰਸਾਰ ਵਾਲੀ, ਜਿਹੜਾ ਆਪਣੇ ਹੈ ਹੀ ਨਹੀਂ, ਜਿਹੜੇ ਕਦੀ ਆਪਣੇ ਬਣ ਹੀ ਨਹੀਂ ਸਕਦੇ, ਉਹਨਾਂ ਨਾਲ ਪ੍ਰੇਮ ਜਿਹੜਾ ਪੱਕਾ ਹੈ। ਔਰ ਜਿੱਥੇ ਪੱਕਾ ਹੋਣਾ ਚਾਹੀਦਾ, ਜਿਹੜਾ ਹੁਣ ਵੀ ਨਾਲ ਹੈ, ਪਹਿਲਾਂ ਵੀ ਨਾਲ ਸੀ, ਅੱਗੇ ਵੀ ਨਾਲ ਹੋਣਾ ਹੈ, ਉਹਦੇ ਨਾਲ ਪ੍ਰੇਮ ਉਹਦੇ ਨਾਲ ਅਸੀਂ ਪ੍ਰੇਮ ਕਰਦੇ ਹਾਂ ਕਿਸ਼ਤਾਂ ਵਾਲਾ, ਅਤੇ ਫਿਰ ਅਸੀਂ ਕਹਿੰਦੇ ਹਾਂ ਕਿ ਸਾਡਾ ਪਰਮਾਰਥ ਨਹੀਂ ਚੱਲਦਾ, ਨਹੀਂ ਗੱਲ ਬਣੇਗੀ। ਇਸ ਲਈ ਬੜਾ ਕਲੀਅਰ ਹੀ ਕਰ ਦਿੱਤਾ ਉਹਨਾਂ ਨੇ ਕਿ ਐਸੀ ਲਗਨ ਗੁਰੂ ਸੰਗ ਜਾ ਕੀ ਵਹਿ ਗੁਰਮੁਖ ਪਰਮਾਰਥ ਪਾਤ, ਜਬ ਲਗ ਗੁਰੂ ਪਿਆਰੇ ਨਹੀਂ ਐਸੇ ਤਬ ਲਗ ਹਿਰਸੀ ਜਾਨੋ ਜਾਤ। ਕਹਿੰਦੇ ਜਦੋਂ ਤੱਕ ਇਹੋ ਜਿਹੀ ਅਵਸਥਾ ਨਹੀਂ ਬਣੇਗੀ, ਇੰਨਾ ਪ੍ਰੇਮ ਨਹੀਂ ਹੋਏਗਾ, ਉਦੋਂ ਤੱਕ ਗੱਲ ਨਹੀਂ ਬਣਨੀ। ਕਿ ਉਹਨੂੰ ਮਿਲਣ ਵਾਸਤੇ ਹੋਰ ਕੋਈ ਚੀਜ਼ ਨਹੀਂ ਚਾਹੀਦੀ, ਇੱਕ ਪ੍ਰੇਮ ਹੀ ਚਾਹੀਦਾ ਹੈ, ਔਰ ਪ੍ਰੇਮ ਵੀ ਜਿਸ ਤਰ੍ਹਾਂ ਦਾ ਗੁਰੂ ਚਾਹੁੰਦਾ ਹੈ, ਜਿਸ ਤਰ੍ਹਾਂ ਦਾ ਗੁਰੂ ਪ੍ਰੇਮ ਚਾਹੁੰਦਾ। ਉਹ ਹੋਰ ਕੁਛ ਨਹੀਂ, ਸੰਸਾਰੀ ਚੀਜ਼ਾਂ ਨਹੀਂ ਕੋਈ ਚਾਹੁੰਦਾ ਸਾਡੇ ਕੋਲ, ਇੱਕ ਪ੍ਰੇਮ ਹੀ ਮੰਗ ਰਿਹਾ ਹੈ। ਔਰ ਉਹਦੇ ਵਾਸਤੇ ਹੀ ਅਸੀਂ ਮੈਂ ਹਮੇਸ਼ਾ ਜਦੋਂ ਬੇਨਤੀ ਕਰੀ ਦੀ ਹੈ ਕਿ ਸਤਿਗੁਰਾਂ ਨੂੰ ਬੇਨਤੀ ਕਰਿਆ ਕਰੀਏ ਕਿ ਸਤਿਗੁਰੂ ਜੀ ਸਾਨੂੰ ਸੱਚਾ ਪ੍ਰੇਮ ਬਖਸ਼ ਦਿਓ। ਪ੍ਰੇਮ ਆ ਗਿਆ, ਭਗਤੀ ਵੀ ਆ ਜਾਣੀ ਹੈ।
ਸਭ ਕੁਛ ਹੀ ਉਹਦੇ ਵਿੱਚ ਹੀ ਸਭ ਕੁਛ ਆ ਜਾਣਾ ਹੈ, ਕਿਉਂਕਿ ਭਗਤੀ ਵੀ ਪ੍ਰੇਮ ਤੋਂ ਬਗੈਰ ਨਹੀਂ ਹੋਣੀ ਹੈਗੀ। ਇਸ ਲਈ ਸਿਰਫ ਪ੍ਰੇਮ ਦੀ ਮੰਗ, ਸੱਚੇ ਪ੍ਰੇਮ ਦੀ ਮੰਗ ਕਰਿਆ ਕਰੀਏ। ਪ੍ਰੇਮ ਤਾਂ ਫਿਰ ਉਹੀ ਗੱਲ ਕਿ ਜਿਸ ਤਰ੍ਹਾਂ ਉਹਨਾਂ ਨੇ ਫਰਮਾਇਆ, ਪ੍ਰੇਮੀ ਸੁਣੋ ਕੀ ਪ੍ਰੇਮ ਕੀ ਬਾਤ। ਪ੍ਰੇਮ ਤਾਂ ਹੈ, ਪ੍ਰੇਮੀ ਤਾਂ ਅਸੀਂ ਹੈਗੇ ਹਾਂ, ਪਰ ਜਿਹੜੀ ਅਵਸਥਾ ਦੀ ਗੱਲ ਗੁਰੂ ਕਰ ਰਿਹਾ ਹੈ, ਬਸ ਉਸ ਅਵਸਥਾ ਤੱਕ ਪਹੁੰਚਣ ਵਾਸਤੇ ਜਿੰਨੀ ਘਾਟ ਹੈ ਹਰ ਇੱਕ ਦੇ ਵਿੱਚ, ਉਹਨੂੰ ਪੂਰੀ ਕਰਨ ਵਾਸਤੇ ਆਪਣੇ ਸਤਿਗੁਰਾਂ ਦੇ ਅੱਗੇ ਝੋਲੀ ਫੈਲਾਉਣੀ ਹੈ ਕਿ ਸਤਿਗੁਰੂ ਜੀ ਸੱਚਾ ਪ੍ਰੇਮ ਬਖਸ਼ੋ। ਕਈ ਵਾਰ ਜੰਮੇ, ਕਈ ਵਾਰ ਮਰੇ, ਕਈ ਵਾਰ ਧੀਆਂ ਪੁੱਤਰ ਬਣੇ, ਕਈ ਵਾਰੀ ਮਾਂ ਪਿਓ ਬਣੇ, ਬਈ ਇਹ ਤਾਂ ਸੰਸਾਰ ਚੱਲੀ ਜਾਣਾ ਹੈ, ਇੱਥੇ ਕਦੀ ਵੀ ਨਹੀਂ ਖਤਮ ਹੋਣਾ ਹੈਗਾ। ਜੇ ਅੱਜ ਤੱਕ ਸ਼ਾਂਤੀ ਨਹੀਂ ਆਈ ਚੀਜ਼ਾਂ ਲੈ ਲੈ ਕੇ ਸੰਸਾਰੀ, ਤੇ ਫਿਰ ਇਹ ਮਨ ਦੇ ਵਿੱਚ ਵਿਸ਼ਵਾਸ ਕਰ ਲਈ ਕਿ ਸ਼ਾਂਤੀ ਹੈ ਹੀ ਨਹੀਂ, ਇੱਥੇ ਉਹ ਸੁੱਖ ਹੈ ਹੀ ਨਹੀਂ। ਜੋ ਮਰਜ਼ੀ ਹੋ ਜੇ, ਅੱਗੇ ਤੋਂ ਅੱਗੇ ਕੰਮ ਚੱਲੀ ਜਾਏਗਾ। ਜੋ ਜੋ ਅਸੀਂ ਮੰਗਾਂਗੇ ਸਤਿਗੁਰ ਪੂਰੀਆਂ ਕਰੀ ਜਾਣਗੇ। ਉਹ ਕਹਿੰਦੇ ਦਿੰਦਾ ਦੇ, ਲੈਂਦਾ ਥੱਕ ਪਾਏ। ਉਹ ਦਿੰਦਿਆਂ ਨਹੀਂ ਥੱਕਦਾ, ਅਸੀਂ ਲੈਂਦਿਆਂ ਥੱਕ ਜਾਵਾਂਗੇ। ਪਰ ਉਹਨੇ ਕਿਹਾ ਕਿ ਜੁਗਾ ਜੁਗੰਤਰ ਖਾਏ, ਮਤਲਬ ਉਹੀ ਜਿਸ ਤਰ੍ਹਾਂ ਮਤਲਬ ਚੀਜ਼ਾਂ ਚੱਲਦੀਆਂ ਰਹਿਣਗੀਆਂ, ਉਹ ਗੱਲ ਬਣੇਗੀ ਨਹੀਂ, ਮਨ ਨੂੰ ਚੈਨ ਨਹੀਂ ਆਏਗਾ। ਹਾਂਜੀ। ਮਨ ਮੁਖ ਫਿਰੇ ਕਿਸੀ ਕਾ ਨਾਹੀ, ਕਹੋ ਕਿਉ ਕਰ ਪਰਮਾਰਥ ਪਾਤ। ਰਾਧਾ ਸੁਆਮੀ ਕਹਿਤ ਸੁਨਾਈ, ਅਬ ਸਤਿਗੁਰ ਕਾ ਪਕੜੋ ਹਾਥ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਹੁਣ ਦੇਖੋ ਬੜਾ ਖੋਲ੍ਹ ਕੇ ਦੱਸ ਰਹੇ ਨੇ, ਕਿਉਂਕਿ ਉਹ ਜੋ ਸੱਚ ਹੁੰਦਾ, ਸਤਿਗੁਰਾਂ ਨੇ ਕਈ ਵਾਰ ਸੱਚ ਫਰਾਉਣਾ ਕਿ ਸੱਚ ਜਿਹੜਾ ਉਹ ਸੰਤ ਹੀ ਕਹਿ ਸਕਦੇ ਨੇ, ਸਾਡੀ ਕੋਈ ਨਹੀਂ ਇੰਨੀ ਅਸੀਂ, ਕਿਉਂ ਸਾਡੇ ਮਨ 'ਚ ਕਈ ਤਰ੍ਹਾਂ ਦੇ ਡਰ, ਕੋਈ ਰੋਸ ਨਾ ਜਾਵੇ, ਕੋਈ ਗਲਤ ਨਾ ਲੱਗੇ, ਕੋਈ ਆ ਨਾ ਹੋਵੇ, ਪਰ ਸੰਤ ਨਹੀਂ ਪਰਵਾਹ ਕਰਦੇ। ਜੋ ਸੱਚ ਹੈਗਾ ਹੈ ਉਹ ਕਹਿ ਦਿੰਦੇ ਨੇ। ਹੁਣ ਫਰਮਾਉਂਦੇ ਨੇ ਕਿ ਮਨਮੁਖ ਫਿਰੇ ਕਿਸੇ ਕਾ ਨਾਹੀਂ, ਕਹੋ ਕਿਉਂ ਕਰ ਪਰਮਾਰਥ ਪਾਤ। ਜਿਹੜਾ ਮਨਮੁਖ ਬੰਦਾ ਹੈ ਨਾ, ਜਿਹੜਾ ਬਿਲਕੁਲ ਹੀ ਮਨ ਦੇ ਨਾਲ ਚੰਬੜਿਆ ਹੈ, ਉਹ ਤਾਂ ਇਸ ਸੰਸਾਰ 'ਚ ਵੀ ਕਹਿੰਦੇ ਕਾਮਯਾਬ ਨਹੀਂ ਹੈਗਾ। ਜਿਸ ਤਰ੍ਹਾਂ ਹੁਣੇ ਬੇਨਤੀ ਕੀਤੀ ਹੈ ਕਿ ਜਿਹੜਾ ਬੰਦਾ ਹਰ ਵੇਲੇ ਆਪਣਾ ਹੀ ਮਤਲਬ ਕੱਢਦਾ ਰਹੇ, ਅਤੇ ਕੋਈ ਵੀ ਉਹਦੇ ਲਾਗੇ ਨਹੀਂ ਲੱਗਣਾ ਚਾਹੁੰਦਾ। ਹਰ ਇੱਕ ਬੰਦਾ ਕਹਿੰਦਾ ਕਿ ਇਹ ਤਾਂ ਬਈ ਆਪਣੇ ਹੀ, ਇਹਨੂੰ ਕਿਸੇ ਨਾਲ ਕੋਈ ਮੋਹ ਪਿਆਰ ਨਹੀਂ ਹੈਗਾ, ਇਹਨੂੰ ਤਾਂ ਆਪਣੇ ਨਾਲ ਹੀ ਹੈ। ਕੋਈ ਵੀ ਉਹਦਾ ਸਾਥ ਦੇਣ ਜਾਂ ਉਹਦੇ ਪਿਆਰ ਜਾਂ ਉਹਦੇ ਲਾਗੇ ਬੈਠਣਾ ਨਹੀਂ ਚਾਹੁੰਦਾ। ਹੁਣ ਕਹਿੰਦੇ ਆ ਕਿ ਮਨਮੁਖ ਫਿਰੇ ਕਿਸੇ ਕਾ ਨਹੀਂ, ਕਹਿੰਦੇ ਉਹ ਤਾਂ ਕਿਸੇ ਦਾ ਵੀ ਨਹੀਂ ਹੈਗਾ। ਕਹੋ ਕਿਉਂ ਕਰ ਪਰਮਾਰਥ ਪਾਤ। ਜਿਹੜੀ ਐਡੀ ਸੰਸਾਰੀ ਚੀਜ਼ ਜਿਹੜੀ ਇੱਕ ਆਮ ਕੋਈ ਜਿਹਦੀ ਕੋਈ ਕੀਮਤ ਨਹੀਂ, ਉਹ ਨਹੀਂ ਉਹਨੂੰ ਮਿਲਦੀ ਪਈ, ਅਤੇ ਜਿਹੜਾ ਇੰਨੀ ਵੱਡੀ ਅਮੁੱਲੀ ਚੀਜ਼ ਆ ਉਹ ਕਿਸ ਤਰ੍ਹਾਂ ਪਾ ਲਵੇਗਾ। ਜੋ ਉਸ ਦਾਤ ਨੂੰ ਪਾਉਣਾ ਚਾਹੁੰਦੇ ਆ, ਅਤੇ ਫਿਰ ਉਹੀ ਗੁਰਮੁਖਾਂ ਕੋਲੋਂ ਮਿਲਣੀ, ਅਤੇ ਗੁਰਮੁਖ ਬਣ ਕੇ ਹੀ ਉਹ ਪਾਈ ਜਾਣੀ। ਕਿਹਾ ਕਿ ਮਨਮੁਖ ਫਿਰੇ ਕਿਸੇ ਕਾ ਨਾਹੀਂ, ਕਹੋ ਕਿਉਂ ਕਰ ਪਰਮਾਰਥ ਪਾਤ। ਰਾਧਾ ਸੁਆਮੀ ਕਹਿਤ ਸੁਨਾਈ, ਅਬ ਸਤਿਗੁਰ ਕਾ ਪਕੜੋ ਹਾਥ। ਕਿਉਂਕਿ ਬੇਨਤੀ ਅਰਦਾਸ ਕਈ ਵਾਰ ਦੱਸਿਆ ਕਿ ਬਹੁਤ ਬਾਲੇ ਉਹਦੇ ਵਿੱਚ। ਕਈ ਵਾਰ ਉਦਾਹਰਨ ਦਿੱਤੀ ਹੈ ਕਿ ਅਸੀਂ ਕਿਤੇ ਕਈ ਜਗ੍ਹਾ 'ਤੇ ਕਿਤੇ ਦੂਰ ਜਾਣਾ ਹੋਵੇ ਸੰਸਾਰ ਦੇ ਵਿੱਚ, ਅਸੀਂ ਕੋਈ ਇੱਥੋਂ ਮੰਨ ਲਓ ਦਿੱਲੀ ਜਾਣਾ ਹੋਵੇ, ਕਿਸੇ ਹੋਰ ਜਗ੍ਹਾ ਜਾਣਾ ਹੋਵੇ, ਅਤੇ ਸਾਡੇ ਕੋਲ ਸਾਧਨ ਹੈ। ਹਰ ਇੱਕ ਬੰਦੇ ਕੋਲ ਅਲੱਗ ਅਲੱਗ ਤਰ੍ਹਾਂ ਦਾ ਸਾਧਨ ਹੈ। ਹੁਣ ਆ ਛੋਟੀ ਛੋਟੀ ਕੋਈ ਜੀਵ ਜਿਹੜੇ ਮੱਖੀ ਮੱਛਰ ਜਿਹੜਾ ਹੈ, ਜੇ ਉਹਨੇ ਉੱਡ ਕੇ ਇੱਥੋਂ ਅਮਰੀਕਾ ਜਾਣਾ ਹੋਵੇ ਤਾਂ ਉਹ ਕਦੀ ਪਹੁੰਚ ਸਕਦਾ? ਕੀ ਉਹਦੀ ਮਜਾਲ ਹੈ ਕਿ ਕਿਸ ਤਰ੍ਹਾਂ ਉਹ ਇੱਥੋਂ ਚਲਾ ਜਾਏਗਾ? ਨਾ ਉਹਦੇ ਕੋਲ, ਹਾਂ ਇੱਥੇ ਜਿੰਨਾ ਮਰਜ਼ੀ ਸਪੀਡ 'ਚ, ਪਰ ਉਹ ਕੁਛ ਟਾਈਮ ਬਾਅਦ ਉਹਨੇ ਥੱਕ ਜਾਣਾ ਹੈ। ਕਈ ਜੀਵ ਜੰਤੂ ਐਸੇ ਨੇ ਜਿਹੜੇ ਉਹਨੂੰ ਰਸਤੇ 'ਚ ਹੀ ਉਹਨੂੰ ਖਾ ਲੈਣਾ, ਜਿਨ੍ਹਾਂ ਨੇ ਗਰਮੀ ਸਰਦੀ ਕਈ ਥਾਵਾਂ 'ਤੇ ਇੰਨੀ ਆਉਣੀ ਹੈ ਜਿੱਥੇ ਉਹਦੇ ਕੋਲ ਝੱਲੀ ਨਹੀਂ ਜਾਣੀ, ਉੱਥੇ ਉਹਨੇ ਖਤਮ ਹੋ ਜਾਣਾ। ਕਦੋਂ ਪਹੁੰਚੇਗਾ ਉਹ? ਲੇਕਿਨ ਜੇ ਕੋਈ ਅਮਰੀਕਾ ਜਾ ਰਿਹਾ, ਜਿਸ ਤਰ੍ਹਾਂ ਹੁਣ ਜਿਹੜਾ ਕੋਈ ਜਿਸ ਤਰ੍ਹਾਂ ਦਾ ਵੀ ਕੋਈ ਜਿਹੜੇ ਜਿਹੇ ਸਾਧਨ 'ਤੇ ਜਾ ਰਿਹਾ ਹੈ, ਅਤੇ ਜੇ ਉਹਦਾ ਉਹ ਸੰਗ ਕਰ ਲਵੇ, ਸਾਥ ਕਰ ਲਵੇ, ਮੱਖੀ ਕਹਿ ਲਈਏ, ਕੋਈ ਚੀਜ਼ ਕਹਿ ਲਈਏ, ਜਾਂ ਕੋਈ ਚਿੜੀ ਜਾਨਵਰ ਕਹਿ ਲਈਏ, ਮੰਨ ਲਓ ਉਹਦਾ ਸਾਥ ਕਰ ਲਵੇ, ਉਹ ਕੱਪੜੇ ਦੇ ਉੱਤੇ ਉਹਦਾ ਲੜ ਫੜ ਲਵੇ, ਕੋਈ ਵੀ ਚੀਜ਼ ਫੜ ਲਵੇ ਉਹਦਾ, ਅਤੇ ਉਹ ਪ੍ਰਾਣੀ ਜਿੱਥੇ ਵੀ ਜਾਏਗਾ, ਜਿੱਥੇ ਉਹ ਜਾਣਾ, ਜੇ ਜੋ ਅਮਰੀਕਾ ਜਾ ਰਿਹਾ ਹੈ, ਅਤੇ ਉਹਨੂੰ ਅਮਰੀਕਾ ਪਹੁੰਚਦਿਆਂ ਦੇਰ ਨਹੀਂ ਲੱਗੇਗੀ, ਕਿਉਂਕਿ ਉਹਨੇ ਉਹਦਾ ਲੜ ਫੜਿਆ ਹੈ ਜਿਹੜਾ ਉੱਧਰ ਜਾ ਰਿਹਾ ਹੈ।
ਨਾ ਉਹਨੂੰ ਟਿਕਟ ਖਰਚਣ ਦੀ ਲੋੜ ਹੈ, ਨਾ ਉਹਨੂੰ ਕੋਈ ਹੋਰ ਚੀਜ਼ ਦੀ ਲੋੜ ਪਈ, ਸਿਰਫ ਉਹਦਾ ਲੜ ਫੜਿਆ ਹੈ, ਜਿੱਥੇ ਉਹ ਜਾ ਰਿਹਾ ਉੱਥੇ ਪਹੁੰਚੇਗਾ। ਹੁਣ ਜਦੋਂ ਤੱਕ ਅਸੀਂ ਗੁਰੂ ਦਾ ਲੜ ਨਹੀਂ ਫੜਦੇ, ਗੁਰੂ ਦਾ ਹੱਥ ਨਹੀਂ ਫੜਦੇ, ਗੁਰੂ ਦਾ ਸਾਥ ਨਹੀਂ ਲੈਂਦੇ, ਤੇ ਬਈ ਗੁਰੂ ਦੇ ਦੇਸ਼ ਅਸੀਂ ਕਿੱਦਾਂ ਪਹੁੰਚਾਂਗੇ? ਜੇ ਅਸੀਂ ਹੁਣ ਕਿਹਾ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਕਹਿੰਦੇ ਆਪਣੇ ਮਨ ਚੋਂ ਭਰਮ ਹੀ ਕੱਢ ਦਈਏ, ਆਪਣੇ ਮਨ ਦੇ ਵਿੱਚੋਂ ਇਹ ਗੱਲ ਹੀ ਖਤਮ ਕਰ ਦਈਏ ਕਿ ਆਪਣੇ ਕਿਸੇ ਵੀ ਜਪ ਤਪ ਨਾਲ, ਕਿਸੇ ਵੀ ਚੀਜ਼ ਦੇ ਨਾਲ ਅਸੀਂ ਉੱਥੇ ਪਹੁੰਚ ਜਾਵਾਂਗੇ। ਕਿਉਂ ਉਹਨਾਂ ਨੇ ਫਰਮਾਇਆ ਬਣ ਕੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਜਿਹਾ ਮੈਂ ਨਾਹੀਂ ਹੋਰ। ਫਿਰ ਉਹਦੇ ਆਸਰਾ ਕਦੋਂ ਤੱਕ ਨਾ, ਕਿਹਾ ਗੁਰੂ ਕੀ ਟੇਕ ਰਹੋ ਦਿਨ ਰਾਤ। ਦਿਨ ਰਾਤ ਜਿਸ ਤਰ੍ਹਾਂ ਹੋਇਆ ਨਾ, ਖਾਤੇ ਪੀਤੇ ਚਲਤੇ ਫਿਰਤੇ, ਸੋਵਤ ਜਾਗਤ ਵਿਸਰਨਾ ਜਾਤ। ਆਸਰਾ ਇੱਦਾਂ ਦਾ, ਇਹ ਨਹੀਂ ਕਿ ਸਵੇਰੇ ਆਸਰਾ ਕੁਛ ਹੋਰ, ਦੁਪਹਿਰ ਨੂੰ ਕੁਛ ਹੋਰ, ਰਾਤ ਨੂੰ ਕੁਛ ਹੋਰ। ਕੋਈ ਮਨ ਦੀ ਇੱਛਾ ਪੂਰੀ ਹੋ ਗਈ ਤੇ ਹੋਰ ਤਰ੍ਹਾਂ ਦਾ ਕੋਈ ਮਨ ਦਾ ਭਾਵ, ਜੇ ਕੋਈ ਦੇਰੀ ਹੋ ਰਹੀ ਹੈ ਤਾਂ ਮਨ ਦਾ ਭਾਵ ਹੋਰ। ਇਹ ਪ੍ਰੇਮ ਨਹੀਂ, ਉਹ ਸੱਚਾ ਨਹੀਂ ਹੈ। ਇਸ ਕਰਕੇ ਉਹਨੇ ਫਰਮਾਇਆ ਹੈ ਕਿ ਬਈ ਰਾਧਾ ਸੁਆਮੀ ਕਹਿਤ ਸੁਣਾਈ, ਅਬ ਸਤਿਗੁਰ ਕਾ ਪਕੜੋ ਹਾਥ। ਕਿ ਸਤਿਗੁਰਾਂ ਦਾ ਬਈ ਹੱਥ, ਸਤਿਗੁਰ ਦਾ ਹੱਥ ਪਕੜਨਾ ਕੀ ਹੈ? ਸਤਿਗੁਰਾਂ ਦੇ ਬਚਨ, ਜੋ ਉਹਨਾਂ ਦੇ ਬਚਨ ਨੇ ਉਹਨਾਂ ਨੂੰ ਘੁੱਟ ਕੇ ਫੜ ਲਈਏ। ਜਿੱਥੇ ਮਰਜ਼ੀ ਹੋਈਏ ਉਹਨਾਂ ਦੇ ਬਚਨਾਂ ਨੇ ਜਿਹੜਾ ਆ ਸਾਥ ਦੇਣਾ ਸਾਨੂੰ, ਕਿਉਂਕਿ ਉਹ ਦਇਆ ਕਿਰਪਾ ਕਰਦੇ ਨੇ, ਆਪਣਾ ਬਚਨ ਲਗਾ ਕੇ ਹੀ ਕਿਰਪਾ ਕਰਦੇ ਆ। ਪਿੱਛੇ ਇਤਿਹਾਸ ਜਿੱਥੇ ਮਰਜ਼ੀ ਦੇਖ ਲਈਏ, ਇੱਕ ਇੱਕ ਜਗ੍ਹਾ 'ਤੇ ਪਹੁੰਚ ਕੇ ਨਹੀਂ, ਠੀਕ ਹੈ, ਦੇਹ ਨਾਲ ਤੇ ਗੁਰੂ ਇੱਕ ਹੀ ਹੁੰਦੇ ਨੇ, ਲੇਕਿਨ ਉਸ ਸ਼ਬਦ ਸਰੂਪ ਕਹਿ ਲਓ ਆਪਣੇ ਬਚਨਾਂ ਦੇ ਮੁਤਾਬਕ ਜਿਹਨੂੰ ਜਿਹੜਾ ਬਚਨ ਲਾਇਆ ਉਹਦੀ ਰੱਖਿਆ ਕਰਦਾ ਰਿਹਾ ਉੱਥੇ। ਉਹਨੂੰ ਕਿਉਂ ਫਰਮਾ ਦਿੱਤਾ ਕਿ ਸਤਿਗੁਰੂ ਬਚਨ ਉਲੰਘ ਕੇ ਜਹਾਂ ਜੀਵ ਜੇ ਜਾਏ, ਜਹਾਂ ਜਾਏ ਤਹਾਂ ਕਾਲ ਹੈ ਕਹੇ ਕਬੀਰ ਸਮਝਾਏ। ਸਤਿਗੁਰੂ ਬਚਨਾਂ ਦੇ ਕਰਕੇ ਹੀ, ਹੁਕਮ ਦੇ ਕਰਕੇ ਹੀ ਸਾਡਾ ਨਾਲ ਨੇ। ਇਸ ਲਈ ਹਮੇਸ਼ਾ ਹੀ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਰਹੀਏ। ਜਿਸ ਤਰ੍ਹਾਂ ਦਾ ਉਹ ਪ੍ਰੇਮ ਕਹਿੰਦੇ ਨੇ, ਜਿਸ ਤਰ੍ਹਾਂ ਦੀ ਉਹ ਸਾਡੇ ਕੋਲ ਸੇਵਾ ਚਾਹੁੰਦੇ ਨੇ, ਜੋ ਵੀ ਹੈ, ਆਪਣੀ ਮਨ ਮਰਜ਼ੀ ਨਾਲ ਨਹੀਂ, ਜੋ ਵੀ ਉਹ ਫਰਮਾਉਂਦੇ ਨੇ। ਕਈ ਵਾਰ ਮੈਨੂੰ ਯਾਦ ਹੈ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਵੀ ਇਸ ਤਰ੍ਹਾਂ ਹੋਣਾ, ਕਈ ਬਾਹਰ ਅੰਦਰ ਹੀ ਕਿਸੇ ਸੇਵਾਦਾਰ, ਕਈਆਂ ਨੇ ਪਿਆਰ ਦੇ ਨਾਲ ਕਹਿ ਲਓ ਜਾਂ ਕਿਸ ਤਰ੍ਹਾਂ ਵੀ ਆ, ਪਰ ਸਤਿਗੁਰਾਂ ਨੇ ਕਹਿਣਾ ਕਿ ਨਹੀਂ, ਸਾਨੂੰ ਆਦਤ ਪੈ ਜਾਏ ਹੁਕਮ ਮੰਨਣ ਦੀ, ਕਿਉਂਕਿ ਸਾਨੂੰ ਹੁਕਮ ਚਲਾਉਣ ਦੀ ਆਦਤ ਪਈ ਹੈ, ਹੁਕਮ ਦੇ ਮੰਨਣਾ ਤੇ ਆਇਆ ਹੀ ਨਹੀਂ। ਕਈ ਵਾਰ ਕਈਆਂ ਨੇ ਕਹਿਣਾ ਕਿ ਗੁਰੂ ਮਹਾਰਾਜ ਜੀ ਅਸੀਂ ਤੁਹਾਡੇ ਚਰਨ ਦਬਾ ਦਿੰਦੇ ਹਾਂ। ਗੁਰੂ ਮਹਾਰਾਜ ਕਹਿਣਾ ਬਸ ਬੇਟੇ ਨਹੀਂ। ਉਹਨਾਂ ਨੇ ਜਿੱਦ ਕਰ ਕਰਕੇ ਨਹੀਂ ਨਹੀਂ। ਹੁਣ ਇਹ ਪ੍ਰੇਮ ਸਾਡਾ ਕਦੋਂ ਤੱਕ ਰਹਿੰਦਾ ਹੈ? ਹੁਣ ਇੱਕ ਵਾਰ ਅਸੀਂ ਜ਼ਬਰਦਸਤੀ ਕਰ ਰਹੇ ਹਾਂ, ਹੋ ਸਕਦਾ ਹੈ ਕਿਸ ਵੇਲੇ ਸਤਿਗੁਰ ਸਾਨੂੰ ਕਹਿਣ ਕਿ ਆਓ ਬਈ ਆਹ ਸੇਵਾ ਕਰਨੀ, ਨਹੀਂ ਸਾਡੇ ਕੋਲ ਅਜੇ ਟਾਈਮ ਨਹੀਂ ਹੈਗਾ ਸਾਡਾ ਆਹ ਚੀਜ਼। ਇਹ ਕਿਹੜਾ ਪ੍ਰੇਮ ਹੋਇਆ? ਹਾਂ, ਹੁਕਮ ਜਿਹੜਾ ਹੀ ਹੁਕਮ ਦੇ ਵਿੱਚ ਆਉਣਾ ਚਾਹ, ਮੰਨੇ ਨਾ ਮੰਨੇ ਸਤਿਗੁਰ ਨੂੰ ਸਵਾਰ ਦੇਣਗੇ ਹਰ ਤਰ੍ਹਾਂ ਹੀ। ਹੁਕਮ ਵਿੱਚ ਆਉਣਾ ਜਿਹੜਾ ਜ਼ਰੂਰੀ ਹੈ, ਕਿਉਂਕਿ ਮਨ ਦਾ ਤਾਂ ਹਾਲ ਇਹੋ ਹੀ ਰਹਿਣਾ ਹੈ। ਇਹ ਮਨ ਵੀ ਜਿੱਥੋਂ ਵਿਛੜਿਆ ਆਪਣੇ, ਉੱਥੋਂ ਆਪਣੇ ਦੇਸ਼ ਜਦੋਂ ਤੱਕ ਨਹੀਂ ਪਹੁੰਚਦਾ, ਇਹਦਾ ਵੀ ਕੋਈ ਵਿਚਾਰੇ ਦਾ ਵਸ ਨਹੀਂ ਹੈਗਾ। ਇਸ ਕਰਕੇ ਹੁਕਮ ਮੰਨਣਾ ਆ ਜਾਵੇ, ਸਤ ਵਚਨ ਕਰਨਾ ਆ ਜਾਵੇ, ਬਈ ਇਹ ਹਰ ਥਾਂ ਦੇ ਵਿੱਚੋਂ ਨਿਕਲ ਜਾਏਗਾ। ਇਸੇ ਕਰਕੇ ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਕਿ ਬਈ ਬੇਟੇ ਸਤ ਵਚਨ ਕਰਨ ਦੀ ਆਦਤ ਪਾਓ, ਹੁਕਮ ਮੰਨਣ ਦੀ ਆਦਤ ਪਾਓ। ਸਤਿਗੁਰ ਦਇਆ ਕਰਨਗੇ, ਕਿਰਪਾ ਕਰਨਗੇ, ਆਪਣੇ ਆਪ ਹੀ ਜਿਹੜੀ ਦਸ਼ਾ ਜਿਹੜੀ ਹੀ ਬਦਲੇਗੀ। ਕਿਰਪਾ ਕਰਨ ਸਤਿਗੁਰ ਸਭ ਨੂੰ ਆਪਣਾ ਸੱਚਾ ਪ੍ਰੇਮ ਬਖਸ਼ਣ, ਕਿਉਂਕਿ ਬਚਨ ਤੇ ਉਹਨਾਂ ਨੇ ਸਾਰੇ ਬੜੇ ਕਲੀਅਰ ਫਰਮਾਏ ਕਿ ਪ੍ਰੇਮ ਤੋਂ ਬਗੈਰ ਗੱਲ ਨਹੀਂ ਬਣਨੀ। ਜੋ ਮਰਜ਼ੀ ਸਾਡੇ ਕੋਲ ਹੋਵੇ, ਜਿੰਨੀ ਮਰਜ਼ੀ ਸਾਡੀ, ਅਸੀਂ ਬਾਹਰਲੇ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਇੰਨੇ ਤੀਰਥਾਂ 'ਤੇ ਇਸ਼ਨਾਨ ਕੀਤਾ, ਅਸੀਂ ਤਾਂ 10 ਸਾਲ ਸੇਵਾ ਕੀਤੀ, ਅਸੀਂ 50 ਸਾਲ ਸੇਵਾ ਕੀਤੀ ਬਈ, ਪਰ ਉਹਨਾਂ ਨੇ ਸਾਫ਼ ਹੀ ਫਰਮਾਤਾ ਕਿ ਸੇਵਾ ਕਰੋ ਪ੍ਰੇਮ ਸੇ ਗੁਰੂ। ਹੁਣ ਪਤਾ ਨਹੀਂ ਉਹਦੇ ਵਿੱਚ ਪ੍ਰੇਮ ਕਿੰਨਾ ਬਣਿਆ ਸਾਡਾ। ਜਿਹੜੀ ਸੇਵਾ ਪ੍ਰੇਮ ਦੇ ਨਾਲ ਕੀਤੀ ਹੋਏਗੀ ਉਹੀ ਮਨਜ਼ੂਰ ਹੋਣੀ ਹੈ। ਜਿਹੜੀ ਪ੍ਰੇਮ ਨਹੀਂ ਜਿਹਦੇ ਵਿੱਚ ਹੈਗਾ, ਉਹ ਇੱਕ ਠੀਕ ਹੈ ਸ਼ੁਭ ਕਰਮ ਜ਼ਰੂਰ ਬਣਿਆ, ਉਹਦਾ ਸ਼ੁਭ ਫਲ ਮਿਲ ਜਾਂਦਾ ਆ, ਪਰ ਉਹ ਜਿਹੜੀ ਅਵਸਥਾ ਸਤਿਗੁਰ ਕਹਿ ਰਹੇ ਨੇ ਉਹ ਤਾਂ ਬਈ ਪ੍ਰੇਮ ਦੇ ਨਾਲ ਹੀ ਬਣਨੀ ਹੈ। ਸਤਿਗੁਰ ਕਿਰਪਾ ਕਰਨ, ਸਭ ਨੂੰ ਆਪਣਾ ਸੱਚਾ ਭਾਵ ਭਰੋਸਾ ਪ੍ਰੇਮ ਬਖਸ਼ਣ। ਹਰ ਇੱਕ ਜੀਵ ਦੇ ਉੱਤੇ ਸਤਿਗੁਰਾਂ ਦਾ ਜਿਹੜਾ ਦਇਆ ਵਾਲਾ ਹੱਥ ਬਣਿਆ ਰਹੇ, ਕਿਉਂਕਿ ਉਹ ਕਹਿਣ ਨੂੰ ਫਰਮਾਇਆ ਕਿ ਜੀਵ ਨਿਰਬਲ ਕਿਆ ਕਰੇ ਵਿਚਾਰਾ, ਜਬ ਲਗ ਰਾਧਾ ਸੁਆਮੀ ਦੇ ਨਾ ਸਹਾਰਾ। ਸਤਿਗੁਰਾਂ ਦੀ ਕਿਰਪਾ ਦੀ ਸਹਾਰੇ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਨੇ ਫਰਮਾਇਆ ਕਿ ਅਬ ਸਤਿਗੁਰ ਕਾ ਪਕੜੋ ਹੱਥ, ਉਸੇ ਸਹਾਰੇ ਦੀ ਹੀ ਲੋੜ ਹੈ। ਉਹਨਾਂ ਦੇ ਬਚਨਾਂ ਦੇ ਵਿੱਚ ਆਈਏ ਅਤੇ ਬਈ ਉਹ ਕਿਰਪਾ ਕਰਨ, ਦਇਆ ਕਰਨ, ਸਾਨੂੰ ਆਪਣਾ ਪ੍ਰੇਮ ਸੱਚਾ ਬਖਸ਼ ਦੇਣ।
ਕਦੀ ਵੀ ਜਿਹੜਾ ਵਿਛੋੜਾ ਨਾ ਹੋਵੇ। ਇਸ ਸੰਸਾਰ ਦੇ ਵਿੱਚ ਕਈ ਵਾਰੀ ਕੰਮ ਕਰਦਿਆਂ ਕਿੰਨੀ ਦੇਰ ਚੇਤਾ ਹੀ ਭੁੱਲ ਜਾਂਦਾ ਹੈ ਕਿ ਅਸੀਂ ਕਿਹਦੇ ਬੱਚੇ ਹਾਂ। ਈਵਨ ਚੇਤਾ ਭੁੱਲ ਜਾਂਦਾ ਇਸ ਵਿਛੜ ਕੇ ਕਈ ਕਿੰਨਾ ਟਾਈਮ ਸਾਡਾ ਐਵੇਂ ਹੀ ਲੰਘ ਜਾਂਦਾ ਹੈ। ਅਤੇ ਜਦੋਂ ਚੇਤਾ ਆਉਂਦਾ ਫਿਰ ਕਹਿੰਦੇ ਹਾਂ ਕਿ ਉਹ ਬੜੀ ਦੇਰ ਹੋ ਗਈ ਹੈ ਅਤੇ ਪਤਾ ਹੀ ਨਹੀਂ ਲੱਗਾ ਜ਼ਿੰਦਗੀ ਦੇ ਇੰਨਾ ਟਾਈਮ ਕਿੱਥੇ ਨਿਕਲ ਗਿਆ। ਅਤੇ ਜੇ ਬਈ ਉਹ ਪ੍ਰੇਮ ਅੰਦਰ ਹੋਏਗਾ ਫਿਰ ਜਿੱਥੇ ਮਰਜ਼ੀ ਹੋਵੇ। ਇੰਨੀ ਡਿਊਟੀਆਂ ਸਾਰੀਆਂ ਸੰਸਾਰੀ ਬਣਨਗੀਆਂ, ਪਰ ਨਾਲ ਇਹਦੀ ਸੇਵਾ ਘਰ ਬੈਠਿਆਂ ਵੀ ਬਣੇਗੀ। ਕਿਉਂਕਿ ਸਤਿਗੁਰਾਂ ਨੇ ਬੜੇ ਅਨਮੁੱਲੇ ਵਚਨ ਜਿਹੜੇ ਗੁਰੂਆਂ ਨੂੰ ਕਹਿਣਾ ਕਿ ਬਈ ਇਹ ਨਹੀਂ ਕਿ ਕੋਈ ਕਿਸੇ ਜਗ੍ਹਾ 'ਤੇ ਜਾ ਕੇ ਹੀ ਸੇਵਾ ਗੁਰੂਆਂ ਨੂੰ ਪਾਉਣਾ ਕਿ ਸਤਿਗੁਰੂ ਇਹਦੇ ਕੋਲ ਘਰ ਬੈਠਿਆਂ ਵੀ ਸੇਵਾ ਲੈ ਲੈਂਦੇ ਆ। ਘਰ ਬੈਠਿਆਂ ਹੀ ਇਹਨੂੰ ਸਤਸੰਗ ਵੀ ਸੁਣਾ ਦਿੰਦੇ ਆ। ਘਰ ਬੈਠਿਆਂ ਹੀ ਇਹਨੂੰ ਸਭ ਕੁਛ ਕਰ ਦਿੰਦੇ ਆ ਜੇ ਇਹਦੇ ਅੰਦਰ ਪ੍ਰੇਮ ਹੋਵੇ ਤਾਂ। ਸਤਿਗੁਰੂ ਸਭ ਦੀ ਹਾਜ਼ਰੀ ਮਨਜ਼ੂਰ ਕਰਨ, ਸਭ 'ਤੇ ਦਇਆ ਕਿਰਪਾ ਬਣਾਈ ਰੱਖਣ। ਰਾਧਾ ਸੁਆਮੀ, ਰਾਧਾ।